ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 25 ਅਪ੍ਰੈਲ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਲਾਈਵ ਜੁੜੇ ਹੋਏ। ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਬਲਬੀਰ ਸਿੰਘ ਉਸਮਾਨਪੁਰ, ਹਰਜਾਪ ਸਿੰਘ ਬੇਕਰਸਫੀਲਡ ਅਤੇ ਭਰਪੂਰ ਸਿੰਘ ਵੱਲੋਂ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ, ਜਿਹੜੇ ਕਿ ਓਨਰ ਓਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਲੋਕਲ ਏਰੀਆ ਜੌਬ ਦੇ ਲਈ। ਡਿਸਪੈਚ ਪੰਜਾਬੀ ਤੇ ਇੰਗਲਿਸ਼ ਕਰਦੇ ਨੇ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਦਾ ਆਗਾਜ਼ ਕਰਦੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਆਖਿਰ ਆਸ਼ੀਸ਼ ਮਿਸ਼ਰਾ ਗੋਡਿਆਂ ਭਰਨੇ ਹੋ ਗਏ। ਹੋਣਾ ਪੈਣਾ ਸੀ। ਬੱਜਰ ਗੁਨਾਹ ਜਦੋਂ ਬੰਦੇ ਨੇ ਕੀਤਾ ਹੋਵੇ ਜੀ ਤੇ ਫਿਰ ਜਿੰਨਾ ਮਰਜ਼ੀ ਹੈ ਭੱਜ ਨੱਠ ਕਰ ਲਵੇ ਜੀ, ਲੇਕਿਨ ਡੈਮੋਕ੍ਰੈਟਿਕ ਸਿਸਟਮ ਜਿਹਨੂੰ ਆਪਾਂ ਮੁਕੰਮਲ ਤਾਂ ਨਹੀਂ ਕਹਿ ਸਕਦੇ। ਹਾਂਜੀ ਹਾਂਜੀ, ਕਮੀਆਂ ਪੇਸ਼ੀਆਂ ਬਹੁਤ ਜ਼ਿਆਦਾ ਹੈਗੀਆਂ। ਬਿਲਕੁਲ ਹੈਗੀਆਂ ਜੀ। ਇੰਸਟੀਟਿਊਸ਼ਨਸ ਜਿਹੜੇ ਹੈਗੇ ਸਾਡੇ ਕੰਸਟੀਟਿਊਸ਼ਨਲ ਇੰਸਟੀਟਿਊਸ਼ਨਸ, ਉਹਨਾਂ ਨੂੰ ਵੀ ਬਹੁਤ ਵੀਕ ਕੀਤਾ ਜਾ ਚੁੱਕਾ ਹੈ। ਇਹਦੇ ਬਾਵਜੂਦ ਜੇ ਬੰਦੇ ਲੜਨ ਵਾਲੇ ਹੋਣ, ਸੰਘਰਸ਼ ਕਰਨ ਵਾਲੇ ਹੋਣ ਤੇ ਫਿਰ ਕੁਛ ਨਾ ਕੁਛ ਨਾ ਮਾਤਰ ਇਨਸਾਫ ਮਿਲ ਜਾਂਦਾ। ਹੁਣ ਆਪਾਂ ਜਾਣਦੇ ਹਾਂ ਕਿ ਗੱਲ ਕਦੋਂ ਦੀ ਹੈ। ਪਿਛਲੇ ਵਰੇ ਦੇ 3 ਅਕਤੂਬਰ ਦੀ। ਜੀ ਹੋਇਆ ਕੀ ਸੀ? ਕਿਸਾਨਾਂ ਨੇ ਜਦੋਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਯੂਪੀ ਦਾ ਡਿਪਟੀ ਮੁੱਖ ਮੰਤਰੀ ਜੀ, ਇੱਕ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਘੋਲ, ਲੇਕਿਨ ਉਧਰ ਕਹਿ ਦਿੰਦੇ ਆ ਛਿੰਝ ਜੀ, ਉਹਨੇ ਆਉਣਾ ਹੈ। ਡਿਪਟੀ ਮੁੱਖ ਮੰਤਰੀ ਨੇ ਤੇ ਉਹਦਾ ਨਾਂ ਹੈ ਕੇਸ਼ਵ ਪ੍ਰਸਾਦ ਮੌਰਿਆ। ਕਿਸਾਨਾਂ ਨੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਦਾ ਸੀ, ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਡਿਪਟੀ ਮੁੱਖ ਮੰਤਰੀ ਨੂੰ ਇੱਥੇ ਮਿਸਟਰ ਮੌਰਿਆ ਨੂੰ ਉੱਤਰ ਨਹੀਂ ਦੇਣਾ ਜੀ, ਕਿਉਂਕਿ ਇਹ ਚੱਲਣ ਹਰਿਆਣੇ ਤੋਂ ਸ਼ੁਰੂ ਹੋਇਆ ਸੀ। ਤੁਹਾਨੂੰ ਪਤਾ ਹਰਿਆਣੇ ਦੇ ਵਿੱਚ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਚਾਹੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਇਹ ਜਦੋਂ ਵੀ ਕਿਤੇ ਉੱਡਣ ਕਟੋਲੇ ਦੇ ਜ਼ਰੀਏ ਆਉਣ ਦੀ ਕੋਸ਼ਿਸ਼ ਕਰਦੇ ਸੀ ਜੀ, ਕਿਸਾਨ ਨਾਲ ਦੀ ਨਾਲ ਉੱਥੇ ਆ ਕੇ ਆਪਣਾ ਕਬਜ਼ਾ ਕਰ ਲੈਂਦੇ। ਇੱਟਾਂ ਬੱਟੇ ਪੱਟ ਦਿੰਦੇ ਸੀ ਉਹਨਾਂ ਦੇ, ਟੈਂਟ ਵਗੈਰਾ ਲੱਗੇ ਹੁੰਦੇ ਉਹਨਾਂ ਨੂੰ ਉਖਾੜ ਦਿੰਦੇ ਸੀ ਜੀ। ਜੇ ਇਹ ਸੜਕ ਦੇ ਰਸਤੇ ਆਉਂਦੇ ਸੀ ਤੇ ਸੜਕਾਂ ਦੇ ਉੱਤੇ ਕਿਸਾਨ ਜਮ੍ਹਾਂ ਹੋ ਜਾਂਦੇ ਸੀ, ਬਹੁਤ ਵੱਡੇ ਵੱਡੇ ਇਕੱਠ ਹੋ ਜਾਂਦੇ ਸੀ, ਘਰੋ ਹੋ ਜਾਂਦਾ ਸੀ। ਕਿਉਂਕਿ ਕਿਸਾਨ ਭਾਈਚਾਰਾ ਇਹੋ ਜਿਹਾ ਭਾਈਚਾਰਾ ਹੈ ਜਿਹੜੇ ਭਾਈਚਾਰੇ ਨੂੰ ਤੁਸੀਂ ਸਪਰੈਸ ਨਹੀਂ ਕਰ ਸਕਦੇ ਜੀ। ਬਿਲਕੁਲ ਬਿਲਕੁਲ। ਵਕਤੀ ਤੌਰ ਦੇ ਉੱਤੇ ਤੁਸੀਂ ਗੋਲੀਆਂ ਚਲਾ ਸਕਦੇ ਹੋ, 2-4 ਆਵਾਜ਼ਾਂ ਨੂੰ ਬੰਦ ਕਰ ਸਕਦੇ ਹੋ, ਲੇਕਿਨ ਉਹ ਆਵਾਜ਼ਾਂ ਹੋਰ ਬੁਲੰਦ ਹੁੰਦੀਆਂ। ਇਸੇ ਕਰਕੇ ਹਰਿਆਣੇ ਦੇ ਜਿਹੜੇ ਮਿਨਿਸਟਰ ਹੈ ਜਾਂ ਚੀਫ ਮਿਨਿਸਟਰ ਹੈ, ਉਹ ਸੜਕਾਂ ਦੇ ਰਸਤੇ ਆਉਣ ਦੀ ਬਜਾਏ ਤੇ ਹਵਾਈ ਜੀ ਜਿਹੜਾ ਟ੍ਰੈਫਿਕ ਨੂੰ ਤਰਜੀਹ ਦਿੰਦੇ ਸੀ, ਹੈਲੀਕਾਪਟਰ ਦੇ ਜ਼ਰੀਏ ਆਉਂਦੇ ਹੁੰਦੇ ਸੀ ਜੀ। ਇਹੀ ਜਿਹੜੀ ਤਕਨੀਕ ਹੈ ਕਿਸਾਨਾਂ ਨੇ ਯੂਪੀ ਦੇ ਵਿੱਚ ਅਪਣਾ ਲਈ। ਯੂਪੀ ਦੇ ਵਿੱਚ ਜਿਹੜੇ ਮਿਸਟਰ ਮੌਰਿਆ ਜਦੋਂ ਇਹ ਆਉਣ ਲੱਗੇ ਜੀ, ਤੇ ਲਖੀਮਪੁਰ ਖੀਰੀ ਦੇ ਇੱਕ ਪਿੰਡ ਦੇ ਵਿੱਚ ਬਣਾਇਆ ਹੋਇਆ ਸੀ ਇਹਨਾਂ ਦਾ ਹੈਲੀਪੈਡ। ਅੱਛਾ ਜੀ। ਕਿਸਾਨਾਂ ਨੇ ਉਸ ਹੈਲੀਪੈਡ ਤੇ ਜਾ ਕੇ ਕਬਜ਼ਾ ਕਰ ਲਿਆ। ਓਕੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਿਸਟਰ ਮੌਰਿਆ ਨੂੰ ਦੱਸਤਾ ਕਿ ਜੀ ਤੁਹਾਡਾ ਹੈਲੀਕਾਪਟਰ ਇੱਥੇ ਉਤਰ ਨਹੀਂ ਸਕਣਾ, ਕਿਸਾਨ ਬੈਠੇ, ਤੁਸੀਂ ਸੜਕ ਰਸਤੇ ਆ ਜਾਓ। ਅਲਟੀਮੇਟਲੀ ਡਿਸੀਜ਼ਨ ਇਹ ਹੋ ਗਿਆ ਕਿ ਉਹ ਨਹੀਂ ਆਉਣਗੇ ਜੀ। ਆਸ਼ੀਸ਼ ਮਿਸ਼ਰਾ ਜਿਹੜਾ ਹੈਗਾ, ਇਹ ਅਜੇ ਮਿਸ਼ਰੇ ਦਾ ਬੇਟਾ ਹੈ। ਅਜੇ ਮਿਸ਼ਰਾ ਦਬੰਗ ਆਗੂ ਹੈ ਯੂਪੀ ਦਾ, ਔਰ ਉਹ ਬੰਦਾ ਇਸ ਵੇਲੇ ਕੇਂਦਰ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ। ਬਿਲਕੁਲ। ਅਮਿਤ ਸ਼ਾਹ ਦਾ ਲੈਫਟੈਨੈਂਟ ਹੈ। ਸੈਕੰਡ। ਹਾਂਜੀ। 2-3 ਲੈਫਟੈਨੈਂਟ ਹੈਗੇ ਉਹਨਾਂ 'ਚ, ਉਹਨਾਂ ਲੈਫਟੈਨੈਂਟਾਂ ਦੇ ਵਿੱਚੋਂ ਇੱਕ ਇਹ ਹੈ, ਔਰ ਇਹਦੇ ਕੋਲੇ ਪਾਰਾਮਿਲਟਰੀ ਫੋਰਸਸ ਦਾ ਚਾਰ। ਇਹ ਜਦੋਂ ਉਹਨੂੰ ਇਸ ਗੱਲ ਦੀ ਖਬਰ ਨਹੀਂ ਸੀ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਨਵੇ ਕਰਤਾ ਤੇ ਉਹਨੇ ਆਪਣਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਇਹ ਆਪਣੀ ਗੱਡੀ ਲੈ ਕੇ ਜਾਂ ਗੱਡੀਆਂ ਦਾ ਕਾਫਲਾ ਲੈ ਕੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਉਸ ਥਾਂ ਤੇ ਪਹੁੰਚ ਜਾਂਦਾ ਹੈ ਜੀ ਜਿੱਥੇ ਕਿਸਾਨ ਬੈਠੇ ਸੀ। ਕਿਸਾਨ ਉੱਥੋਂ ਆਪਣੀ ਰੈਲੀ ਕਰਕੇ ਘਰਾਂ ਨੂੰ ਵਾਪਸ ਆ ਰਹੇ ਸੀ। ਅੱਛਾ ਜੀ। ਕਿਉਂਕਿ ਇੱਥੇ ਮੈਂ ਇਹ ਵੀ ਦੱਸ ਦੇਵਾਂ ਕਿ ਜਿਹੜਾ ਮਿਸਟਰ ਮੌਰਿਆ ਹੈ, ਉਹ ਮੌਰਿਆ ਕਾਹਦੀ ਖਾਤਰ ਆ ਰਿਹਾ ਸੀ? ਇਹ ਜਿਹੜਾ ਆਸ਼ੀਸ਼ ਮਿਸ਼ਰਾ ਹੈ ਜੀ, ਇਹਨਾਂ ਦੇ ਪਿੰਡ ਦੇ ਵਿੱਚ ਘੋਲ ਹੁੰਦੇ ਸੀ। ਅੱਛਾ ਜੀ। ਜਿਹਨੂੰ ਆਪਾਂ ਛਿੰਝ ਵੀ ਕਹਿੰਦੇ ਹਾਂ। ਉੱਥੇ ਘੋਲ ਹੋ ਰਹੇ ਸੀ ਤੇ ਘੋਲਾਂ ਵਾਲੇ ਜਿਹੜੇ ਉਸ ਪ੍ਰੋਗਰਾਮ ਦੇ ਵਿੱਚ ਉਹਨੇ ਸ਼ਮੂਲੀਅਤ ਕਰਨੀ ਸੀ। ਤੇ ਜਦੋਂ ਦੇਖਿਆ ਕਿ ਮੰਤਰੀ ਦਾ ਪ੍ਰੋਗਰਾਮ ਹੋ ਗਿਆ, ਉਤਰੇ ਨਹੀਂ, ਤੇ ਪ੍ਰਸ਼ਾਸਨਿਕ ਅਧਿਕਾਰੀ ਕਹਿੰਦੇ ਜੀ ਤਾਂ ਕੰਮ ਖਤਮ ਹੋ ਗਿਆ। ਉਹ ਤਾਂ ਆਉਣੇ ਨਹੀਂ। ਕਿਸਾਨ ਰੈਲੀ ਕਰਕੇ ਘਰਾਂ ਨੂੰ ਵਾਪਸ ਆ ਰਹੇ। ਮਗਰਲੇ ਪਾਸਿਓਂ ਬੰਦਾ ਆਉਂਦਾ ਹੈ
ਤੇ ਇਹ ਆ ਕੇ ਮਤਲਬ ਪੂਰੀ ਤੇਜ਼ੀ ਹੈਗੀ ਨਾਲ ਮਗਰ ਨਫ਼ਰਤ ਨਾਲ ਦੇ ਨਾਲ ਉਹਨਾਂ ਨੂੰ ਗੱਡੀ ਉਹਨਾਂ ਦੇ ਉੱਤੇ ਚੜ੍ਹਾ ਦਿੰਦਾ ਹੈ। ਹੂੰ ਲਓ ਜੀ 4 ਕਿਸਾਨ ਜੀ ਮੌਕੇ ਤੇ ਮਾਰੇ ਗਏ, ਇੱਕ ਪੱਤਰ ਮਾਰਿਆ ਗਿਆ ਹੂੰ ਪੱਤਰਕਾਰ। ਤੇ ਹੋਇਆ ਕੀ ਕਿ ਜਿਹੜੇ ਗੁੱਸੇ 'ਚ ਆਏ ਕਿਸਾਨ ਸੀ ਜੀ ਉਹਨਾਂ ਨੇ ਉਹ ਗੱਡੀ ਭੰਨਤੀ। ਹੂੰ ਗੱਡੀ ਭੰਨਤੀ, ਗੱਡੀ ਨੂੰ ਜਦੋਂ ਉਲਟਾਤਾ ਤੇ ਗੱਡੀ ਦੇ ਵਿੱਚੋਂ ਜਿਹੜੇ ਬੰਦੇ ਸੀ ਜੀ 3 ਬੀਜੇਪੀ ਦੇ ਵਰਕਰ ਸੀ, ਇੱਕ ਉਹਨਾਂ ਦਾ ਡਰਾਈਵਰ, 2 ਬੀਜੇਪੀ ਦੇ ਵਰਕਰ ਸੀ, ਇੱਕ ਡਰਾਈਵਰ ਸੀ, ਟੋਟਲ 3 ਸੀ। ਤਿੰਨ ਸੀ ਲੋਕਾਂ ਨੇ ਕੁੱਟ-ਕੁੱਟ ਕੇ ਉਹ ਮਾਰਤੇ। 8 ਬੰਦੇ ਜਿਹੜੇ ਹੈ ਜੀ ਉਹ ਮਰ ਜੀ। ਗਏ ਮੌਕੇ ਦੇ ਉੱਤੇ। ਜਦੋਂ 8 ਬੰਦੇ ਮਰ ਗਏ ਹੂੰ ਤੇ ਫਿਰ ਇਸ ਗੱਲ ਦੇ ਉੱਤੇ ਹੈ ਕਿ ਕੇਸ ਰਜਿਸਟਰ ਕਰ ਦਿਓ। ਜੀ ਲਓ ਜੀ, ਕੇਸ ਰਜਿਸਟਰ ਕਰਨ ਵਾਸਤੇ ਪਹਿਲਾਂ ਤਾਂ ਚੂੰਚਰਾਂ ਕੀਤੀ, ਹੂੰ ਪ੍ਰੈਸ਼ਰ ਜਦੋਂ ਜ਼ਿਆਦਾ ਪੈ ਗਿਆ ਸਾਰੇ ਦੇਸ਼ ਨਹੀਂ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ ਹੂੰ ਤੇ ਫਿਰ ਕੇਸ ਵੀ ਰਜਿਸਟਰ ਕਰਨਾ ਪੈ ਗਿਆ। ਜੀ। ਪ੍ਰਧਾਨ ਵਾਲੀਆ ਸਾਹਿਬ ਕੇਸ ਰਜਿਸਟਰ ਕਰ ਲਿਆ। ਕੇਸ ਦੇ ਵਿੱਚ ਕਮੀਆਂ ਪੇਸ਼ੀਆਂ ਬਹੁਤ ਰੱਖਦੀ FIR ਦੇ ਵਿੱਚ ਬਹੁਤ ਕਮੀਆਂ ਪੇਸ਼ੀਆਂ ਰੱਖਦੀਆਂ। ਇਹ ਮਾਮਲਾ ਕਿਸਾਨਾਂ ਨੇ ਬਕਾਰ ਦਾ ਇਸ਼ੂ ਬਣਾ ਲਿਆ ਹੂੰ ਔਰ ਫਿਰ ਤੁਹਾਨੂੰ ਪਤਾ ਪੋਲੀਟੀਕਲ ਪਾਰਟੀਆਂ ਨੇ ਵੀ ਆਪਣੀਆਂ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ। ਯਾਦ ਆ ਤੁਹਾਡੇ ਪ੍ਰਿੰਕਾ ਗਾਂਧੀ ਵਾਡਰਾ, ਜੀ ਉਹ ਕਹਿੰਦੀ ਜੀ ਮੈਂ ਲਖੀਮਪੁਰ ਖੀਰੀ ਜਾਣਾ। ਹੂੰ ਉਹਨੂੰ ਰਸਤੇ ਦੇ ਵਿੱਚ ਰੋਕ ਲਿਆ, ਡਿਟੇਨ ਕਰ ਲਿਆ। ਡਿਟੇਨ ਕਰਕੇ ਉਹਨੂੰ ਇੱਕ ਰੈਸਟ ਹਾਊਸ 'ਚ ਬੰਦ ਕਰਤਾ। ਰੈਸਟ ਹਾਊਸ ਦੇ ਵਿੱਚੋਂ ਫਿਰ ਝਾੜੂ ਮਾਰਦੀ ਦੀਆਂ ਤਸਵੀਰਾਂ ਆਈਆਂ ਸੀ। ਠੀਕ ਹੈ। ਉਸ ਤੋਂ ਬਾਅਦ ਰਾਹੁਲ ਗਾਂਧੀ ਚਲਾ ਗਿਆ, ਹੂੰ ਉਹਨੂੰ ਵੀ ਥੋੜਾ ਜਿਹਾ ਰੋਕ ਰਕਾਵਟ ਪਾਈ। ਜੀ ਇਧਰੋਂ ਨਵਜੋਤ ਸਿੰਘ ਸਿੱਧੂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੀ, ਹੂੰ। ਇਹਨੇ ਕਹਿੰਦਾ ਵੀ ਮੈਂ ਵੀ ਕਾਫਲਾ ਲੈ ਕੇ ਚੱਲਿਆ। ਅਖੀਰ ਅਲਟੀਮੇਟਲੀ ਕੀ ਹੋਇਆ ਕਿ ਇਹ ਤਾਂ ਮਾਮਲਾ ਪੋਲੀਟੀਕਲ ਬਣਦਾ ਜਾਂਦਾ, ਪੋਲੀਟੀਕਲ ਪਾਰਟੀਆਂ ਵੀ ਆ ਗਈਆਂ ਤੇ ਇਹਦਾ ਫਾਇਦਾ ਉਠਾਉਣਗੇ। ਉਹਨਾਂ ਨੇ ਉਹਨਾਂ ਲੋਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਮਿਲ ਗਿਲ ਦੀ ਇਜਾਜ਼ਤ ਦੇ ਦਿੱਤੀ। ਪ੍ਰਿੰਕਾ ਵੀ ਜਾਂਦੀ ਹੈ, ਰਾਹੁਲ ਵੀ ਜਾਂਦਾ ਹੈ ਔਰ ਹੋਰ ਲੋਕ ਵੀ ਜਿਹੜੇ ਉੱਥੇ ਆਉਂਦੇ ਜਾਂਦੇ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਜੀ। ਇਹ ਮਾਮਲਾ ਇਹਦਾ ਸੂਮੋਟੋ ਨੋਟਿਸ ਲਿਆ ਸੁਪਰੀਮ ਕੋਰਟ ਨੇ। ਜੀ ਸੁਪਰੀਮ ਕੋਰਟ ਨੇ ਦੇਖਿਆ ਕਿ ਇੱਕ ਪਾਸੇ ਗ੍ਰਹਿ ਰਾਜ ਮੰਤਰੀ ਹੈ, ਇੱਕ ਪਾਸੇ ਸਧਾਰਨ ਕਿਸਾਨ ਹੈ, ਇਹਨਾਂ ਨੂੰ ਜਸਟਿਸ ਕਿਵੇਂ ਮਿਲੂਗਾ? ਬਿਲਕੁਲ ਸਹੀ। ਇਹਨਾਂ ਦੇ ਇਨਸਾਫ ਦਾ ਕੋਈ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਦੇਖਿਆ ਕਿ ਜਿਹੜੀ ਪੁਲਿਸ ਹੈ, ਲੋਕਲ ਪੁਲਿਸ ਹੈ, ਉਹ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ। ਕਹਿੰਦੇ ਜੀ SIT ਬਣਾ ਦਿਓ। SIT ਬਣਾਤੀ। SIT ਦੇ ਵਿੱਚ ਵੀ ਕੁਝ ਤਾਂ ਅਫਸਰ ਚਲੋ IPS ਅਫਸਰ ਹੁੰਦੇ, ਲੇਕਿਨ ਜ਼ਿਆਦਾ ਆਪਾਂ ਨੂੰ ਪਤਾ ਵੀ ਲੋਕਲ ਅਫਸਰ ਹੁੰਦੇ ਜੀ। ਉਹ ਲੋਕਲ ਅਫਸਰ ਵੀ ਮਤਲਬ ਜਿਹੜਾ ਠੀਕ ਤਰੀਕੇ ਕੰਮ ਨਾ ਕਰਨ। ਫਿਰ ਆ ਗਿਆ ਕਿ SIT ਦੇ ਉੱਤੇ ਇੱਕ ਨਿਗਰਾਨ ਲਾ ਦਿਓ। ਅੱਛਾ। ਤੇ ਉਹ ਨਿਗਰਾਨ ਲਾਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ RK ਜੈਨ ਸਾਹਿਬ। ਠੀਕ ਹੈ। ਰਕੇਸ਼ ਕੁਮਾਰ ਜੈਨ। ਉਹਨਾਂ ਨੇ ਜਾ ਕੇ ਸਾਰੀ ਜੋ ਪੜਤਾਲ ਕਰਵਾ ਲਈ। ਅਖੀਰ ਹੋਇਆ ਕਿ ਗ੍ਰਿਫਤਾਰੀ ਵੀ ਹੋ ਗਈ, ਜੇਲ੍ਹ ਵੀ ਜਾਣਾ ਪੈ ਗਿਆ ਜੀ। 4 ਸ਼ੀਟ ਵੀ ਦਾਇਰ ਹੋ ਗਈ। 4 ਸ਼ੀਟ ਦਾਇਰ ਹੋਣ ਤੋਂ ਬਾਅਦ ਫਿਰ ਆਸ਼ੀਸ਼ ਮਿਸ਼ਰਾ ਨੇ ਬੇਲ ਐਪਲੀਕੇਸ਼ਨ ਲਾਤੀ ਜੀ। ਹੇਠਲੀ ਕੋਰਟ ਨੇ ਬੇਲ ਐਪਲੀਕੇਸ਼ਨ ਰੱਦ ਕਰਤੀ। ਹਾਈ ਕੋਰਟ ਦੇ ਵਿੱਚ ਜਾਂਦੀ ਹੈ। ਇਲਾਹਾਬਾਦ ਹਾਈ ਕੋਰਟ ਦੇ ਇੱਕ ਬੈਂਚ ਦੇ ਸਾਹਮਣੇ ਜਦੋਂ ਬੇਲ ਐਪਲੀਕੇਸ਼ਨ ਜਾਂਦੀ ਹੈ ਜੀ ਤੇ ਜੱਜ ਸਾਹਿਬ ਨੇ ਜ਼ਮਾਨਤ ਦੇ ਦਿੱਤੀ। ਉਹਨਾਂ ਦੇ ਨਾਲ ਜਦੋਂ ਜ਼ਮਾਨਤ ਦਿੱਤੀ ਹੈ ਦਾਨੇਲੀਆ ਸਾਹਿਬ, ਉਦੋਂ ਜਿਹੜੀ ਹੈ ਫਿਜ਼ੀਕਲ ਸੁਣਵਾਈ ਨਹੀਂ ਸੀ ਜੀ। ਉਹ ਵੀਡੀਓ ਕਾਨਫਰੰਸਿੰਗ ਦੇ ਜਰੀਏ ਸੁਣਵਾਈ ਹੁੰਦੀ ਸੀ। ਜਦੋਂ ਪੀੜਤ ਪਰਿਵਾਰਾਂ ਦਾ ਵਕੀਲ ਬੋਲਣ ਲੱਗਿਆ ਉਸ ਵੇਲੇ ਕਨੈਕਸ਼ਨ ਟੁੱਟ ਗਿਆ। ਅੱਛਾ ਜੀ। ਕਨੈਕਸ਼ਨ ਟੁੱਟ ਗਿਆ ਜਾਂ ਕਨੈਕਸ਼ਨ ਤੋੜਤਾ ਇਹ ਆਪਾਂ ਕਹਿ ਨਹੀਂ ਸਕਦੇ। ਉਹ ਠੀਕ ਤਰੀਕੇ ਨਾਲ ਆਪਣਾ ਪੱਖ ਹੀ ਨਹੀਂ ਰੱਖ ਸਕੀ। ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ, ਸੁਣਿਆ ਨਹੀਂ ਗਿਆ ਉਹਨਾਂ ਨੂੰ। ਤੇ ਜੱਜ ਸਾਹਿਬ ਨੇ ਉਹਦੀ ਜ਼ਮਾਨਤ ਜਿਹੜੀ ਗ੍ਰਾਂਟ ਕਰਤੀ। ਮਾਮਲਾ ਫਿਰ ਸੁਪਰੀਮ ਕੋਰਟ ਚਲਾ ਗਿਆ। ਪ੍ਰਸ਼ਾਂਤ ਭੂਸ਼ਣ, ਦੁਸ਼ਯੰਤ ਦਵੇ ਜੀ, ਇਹ ਪੀੜਤ ਪਰਿਵਾਰਾਂ ਦੇ ਵਕੀਲ ਬਣ ਗਏ। ਨਾਲ ਕਪਿਲ ਸਿੱਬਲ ਵੀ ਆ ਗਏ। ਬੈਟਰੀ ਵਕੀਲਾਂ ਦੀ ਇੱਕ ਮਤਲਬ ਪੂਰੀ ਟੀਮ ਲੱਗ ਗਈ। ਜੀ ਜੀ। ਉਹਨਾਂ ਨੇ ਆ ਕੇ ਜੀ ਇਹ ਮਾਮਲਾ ਪੇਸ਼ ਕੀਤਾ। ਲਓ ਜੀ ਤੇ ਸੁਣਵਾਈ ਕਰੋ। ਮਾਨਯੋਗ ਸੁਪਰੀਮ ਕੋਰਟ ਨੇ ਸੁਣਵਾਈ ਵਾਸਤੇ ਜੀ ਕੇਸ ਦਰਜ ਕਰ ਲਿਆ। ਫਿਰ ਉਹਦੀ ਸੁਣਵਾਈ ਹੋਈ। ਇੱਕ ਪੇਸ਼ੀ ਨਹੀਂ, 2 ਕਈ ਪੇਸ਼ੀਆਂ ਤੇ ਸੁਣਵਾਈ ਹੋਈ ਜੀ। ਉਸ ਸੁਣਵਾਈ ਦੇ ਦੌਰਾਨ ਜਿਹੜੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਦਾਨੇਲੀਆ ਸਾਹਿਬ ਬੜੀ ਇੰਟਰਸਟਿੰਗ ਹੈ। ਉਹ ਕਹਿੰਦੇ ਵੀ ਜਦੋਂ ਇਹ ਜ਼ਮਾਨਤ ਹੋਈ ਜੀ, ਇਸ ਜ਼ਮਾਨਤ ਤੇ ਹੋਣ ਤੋਂ ਬਾਅਦ ਜਿਹੜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਨਿਗਰਾਨ ਸੀ ਉਹਨਾਂ ਵੱਲੋਂ ਦਿੱਤੇ ਹੋਏ ਹੁਕਮ ਤੇ ਜਾਂ ਉਹਨਾਂ ਵੱਲੋਂ ਦਿੱਤੀ ਹੋਈ ਐਡਵਾਈਸ ਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਯੂਪੀ ਸਰਕਾਰ ਨੂੰ ਕਿਹਾ ਕਿ ਇਸ ਕੇਸ ਦੇ ਵਿੱਚ ਕਮੀਆਂ ਪੇਸ਼ੀਆਂ ਬਹੁਤ ਹੈ। ਜਿਹੜੀ ਜ਼ਮਾਨਤ ਦਿੱਤੀ ਹੈ ਇਹ ਜ਼ਮਾਨਤ ਜਿਹੜੀ ਹੈ ਇਹਦੇ ਵਿੱਚ ਕੁਛ ਇਹੋ ਜਿਹੇ ਕੰਮ ਕੀਤੇ ਹੈ ਜੀ ਜਿਹੜੇ ਕੰਮਾਂ ਦੀ ਲੋੜ ਨਹੀਂ ਸੀ, ਇਸ ਕਰਕੇ ਤੁਸੀਂ ਸੁਪਰੀਮ ਕੋਰਟ 'ਚ ਇਹਨੂੰ ਚੁਣੌਤੀ ਦਿਓ। ਓਕੇ। ਲੇਕਿਨ ਯੂਪੀ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਚੁਣੌਤੀ ਨਹੀਂ ਦਿੱਤੀ। ਇਲਜ਼ਾਮ ਤਾਂ ਇਹ ਵੀ ਹੈ ਕਿ ਯੂਪੀ ਦੀ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਵੀ ਠੀਕ ਤਰੀਕੇ ਆਪਣੀ FIR ਨੂੰ ਡਿਫੈਂਡ ਨਹੀਂ ਕੀਤਾ। ਹਾਂ, ਜੋ ਡਿਫੈਂਡ ਨਾ ਕੀਤਾ ਤਾਂ ਵੀ ਹੁਣ ਕੀਤਾ ਫਿਰ ਕੀ ਜਾਵੇ ਜੀ। ਮਾਨਯੋਗ ਸੁਪਰੀਮ ਕੋਰਟ ਨੇ ਜਦੋਂ ਦੇਖਿਆ ਸਾਰਾ ਮਾਮਲਾ, ਉਹ ਕਹਿੰਦੇ ਵੀ ਤੁਸੀਂ ਆ ਤੁਹਾਡੀ ਫਾਈਲ ਹੀ ਬੋਲਦੀ ਹੈ SIT ਦੀ ਜੀ ਜੀ, ਤੇ ਤੁਸੀਂ ਕਿਉਂ ਨਹੀਂ ਕੀਤੀ ਅਪੀਲ, ਕਿਉਂ ਨਹੀਂ ਕੀਤੀ? ਯੂਪੀ ਦੀ ਸਰਕਾਰ ਬਸ ਇੱਧਰ ਉੱਧਰ ਦੀਆਂ ਗੱਲਾਂ ਗੁੱਲਾਂ ਕਰਨ ਲੱਗੀ। ਫਿਰ ਇਹ ਮਾਮਲਾ ਰਿਜ਼ਰਵ ਰੱਖ ਲਿਆ। ਰਿਜ਼ਰਵ ਰੱਖਣ ਤੋਂ ਬਾਅਦ ਦਾਨੇਲੀਆ ਸਾਹਿਬ ਜੋ ਫੈਸਲਾ ਸੁਣਾਇਆ ਜੀ, ਫੈਸਲੇ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜੱਜ ਸਾਹਿਬ ਨੇ ਜੀ ਜਿਹੜੀਆਂ ਗੱਲਾਂ ਦੇ ਨੂੰ ਆਧਾਰ ਬਣਾਇਆ
ਉਹ ਗੱਲਾਂ ਇੱਥੇ ਵਿਚਾਰਨਯੋਗ ਨਹੀਂ ਨਹੀਂ ਸਨ। ਸਨ। ਇਹ ਗੱਲਾਂ ਟ੍ਰਾਇਲ ਦੀਆਂ ਹੈ। ਪੋਸਟਮਾਰਟਮ ਕੀ ਕਹਿੰਦਾ, FIR ਕੀ ਕਹਿੰਦੀ ਹੈ, ਉਹ ਟ੍ਰਾਇਲ ਦੀਆਂ ਗੱਲਾਂ। ਵੱਡੀ ਗੱਲ ਇਹ ਹੈ ਕਿ ਕੀ ਇਹ ਇੱਕ ਦੋਸ਼ੀ ਨੂੰ ਜੇ ਜਾਂ ਇੱਕ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ, ਉਹ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਸਬੂਤਾਂ ਨਾਲ ਛੇੜਛਾੜ ਕਰੂਗਾ ਕਿ ਨਹੀਂ ਕਰੂਗਾ, ਇਹ ਗੱਲ ਦੇਖਣ ਵਾਲੀ ਹੁੰਦੀ ਹੈ। ਇਹ ਗੱਲ ਪਹਿਲਾਂ ਹੀ ਆ ਗਈ ਸੀ ਜੀ, ਕਿਉਂਕਿ ਇੱਕ ਨਹੀਂ ਕਈ ਜਿਹੜੇ ਹੈਗੇ ਆ, ਜਿਹੜੇ ਉਹਦੇ ਚ 70 ਦੇ ਕਰੀਬ ਗਵਾਹ ਹੈ। ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਉਹਨਾਂ ਨੂੰ ਸਾਰਿਆਂ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ। ਜੀ ਇੱਕ ਗਨਰ ਦਿੱਤਾ ਹੋਇਆ ਹੈ। ਇਹਦੇ ਬਾਵਜੂਦ ਵੀ 4-5 ਗਵਾਹਾਂ ਦੇ ਉੱਤੇ ਹਮਲੇ ਹੋ ਚੁੱਕੇ ਆ। ਉਹ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਵੀ ਇਹਦੇ ਮੁਤਾਬਕ ਤਾਂ ਬੰਦਾ ਬਾਹਰ ਰਹਿਣਾ ਨਹੀਂ ਚਾਹੀਦਾ ਸੀ। ਟ੍ਰਾਇਲ ਦਾ ਮਾਮਲਾ ਜਿਹੜਾ ਜੇ ਹਾਈ ਕੋਰਟ ਜੱਜ ਨੂੰ ਕਿਉਂ ਵਿਚਾਰੇ, ਉਹਨਾਂ ਨੇ ਕਿਹਾ ਜੀ ਇਹਦੀ ਜ਼ਮਾਨਤ ਕੀਤੀ ਜਾਂਦੀ ਹੈ ਰੱਦ, ਤੇ ਹੁਕਮ ਦਿੱਤਾ ਕਿ ਮਿਸਟਰ ਆਸ਼ੀਸ਼ ਮਿਸ਼ਰਾ 1 ਹਫ਼ਤੇ ਦੇ ਵਿੱਚ ਤੂੰ ਆ ਜਾ ਤੁਸੀਂ ਸਰੈਂਡਰ ਕਰੋ, ਜੇਲ੍ਹ 'ਚ ਜਾ ਕੇ ਆਪਦੀ ਹਾਜ਼ਰੀ ਲਾਓ। ਸੋਮਵਾਰ ਹੈ ਅੱਜ 7 ਦਿਨ ਪੂਰੇ ਹੁੰਦੇ ਸੀ। ਫਿਰ ਜਦ ਅੱਜ ਉਹਨੂੰ ਜਾਣਾ ਪੈਂਦਾ, ਕੱਲ ਸ਼ਾਮ ਹੀ ਫਿਰ ਉਹ ਆਪਣੇ ਵਕੀਲ ਨੂੰ ਲੈ ਕੇ ਕੋਰਟ ਚਲਾ ਗਿਆ। ਕੋਰਟ ਦੇ ਵਿੱਚ ਜਾ ਕੇ ਉਹਨੇ ਆਪਦੀ ਐਪਲੀਕੇਸ਼ਨ ਐਤਵਾਰ ਨੂੰ ਤੇ ਜੇਲ੍ਹ ਸੁਪਰਡੈਂਟ ਦੇ ਸਾਹਮਣੇ ਜਾ ਕੇ ਫਿਰ ਉਹਨੂੰ ਜੇਲ੍ਹ 'ਚ ਭੇਜਤਾ। ਹੁਣ ਉਹ ਕਹਿੰਦੇ ਜੀ ਜੇਲ੍ਹ ਸੁਪਰਡੈਂਟ ਨੇ ਸਿਕਿਉਰਿਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਉਹਨੂੰ ਅਲੱਗ ਬੈਰਕ ਦਿੱਤੀ ਹੈ। ਠੀਕ ਹੈ। ਅਲੱਗ ਬੈਰਕ ਦੇਣ ਦਾ ਮਤਲਬ ਇਹ ਹੈ ਵੀ ਕੰਫਰਟ ਚਲੋ ਉਹ ਹੋਣਾ। ਪਰ ਇਹ ਤੋਂ ਪਹਿਲਾਂ ਜਿਹੜੇ ਵਕੀਲ ਸਾਹਿਬਾਨ ਸੀ, ਵਕੀਲ ਸਾਹਿਬਾਨ ਨੇ ਮੰਗ ਕੀਤੀ ਸੀ ਕਿ ਜੀ ਇਹ ਹੁਕਮ ਵੀ ਵਿੱਚ ਪਾ ਦਿਓ ਕਿ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਸੀ ਕਿ ਇਹਦੇ ਕੋਲ ਰਾਈਟ ਹੈ, ਇਹ ਦੁਬਾਰਾ ਆਪਣੀ ਬੇਲ ਐਪਲੀਕੇਸ਼ਨ ਪਾ ਸਕਦਾ ਹੈ, ਰੈਗੂਲਰ ਬੇਲ ਐਪਲੀਕੇਸ਼ਨ ਹਾਈ ਕੋਰਟ ਦੇ ਵਿੱਚ। ਤਾਂ ਉੱਥੇ ਉਹਨਾਂ ਨੇ ਕਿਹਾ ਜੀ ਤੁਸੀਂ ਇਹ ਪ੍ਰਬੰਧ ਕਰ ਦਿਓ ਕਿ ਇਹ ਉਸੇ ਜੱਜ ਦੇ ਨਾਲ ਲੱਗੇ। ਤਾਂ ਸੁਪਰੀਮ ਕੋਰਟ ਨੇ ਕਹਿਤਾ ਕਿ ਫੈਸਲਾ ਪਹਿਲਾਂ ਪ੍ਰਨਾਊਂਸ ਕੀਤਾ ਜਾ ਚੁੱਕਾ ਹੈ ਔਰ ਫੈਸਲਾ ਲਿਖਿਆ ਵੀ ਜਾ ਚੁੱਕਾ ਹੈ, ਇਸ ਕਰਕੇ ਤਬਦੀਲੀ ਨਹੀਂ ਹੋ ਸਕਦੀ। ਪਰ ਇਹ ਗੱਲ ਜਿਹੜੀ ਹੈਗੀ ਹੈ ਚੀਫ ਜਸਟਿਸ ਜਿਹੜੇ ਹੈਗੇ ਆ ਇਲਾਹਾਬਾਦ ਹਾਈ ਕੋਰਟ ਦੇ, ਉਹਨਾਂ ਦੇ ਵਿਵੇਕ ਤੇ ਨਿਰਭਰ ਹੈ ਤੇ ਆਮ ਤੌਰ ਦੇ ਉੱਤੇ ਉਹ ਇਸ ਗੱਲ ਦਾ ਖਿਆਲ ਰੱਖਣਗੇ। ਮੇਰਾ ਖਿਆਲ ਹੈ ਕਨਵੇ ਹੋ ਗਿਆ ਬਸ। ਇਹਦਾ ਮਤਲਬ ਹੈ ਕਿ ਉਧਰ ਨੂੰ ਨਹੀਂ ਜਾਊਗਾ। ਹੁਣ ਜੇ ਉਹ ਜਾਊਗਾ ਜੇਲ੍ਹ ਦੇ ਵਿੱਚ, ਜੇਲ੍ਹ 'ਚ ਪਹੁੰਚ ਗਿਆ, ਉੱਥੇ ਜਾ ਕੇ ਕੇਰਾਂ ਚਲੋ ਕੁਛ ਵੀ ਹੈ, ਭਾਵੇਂ ਫੈਸਿਲਿਟੀ ਉਹਨੂੰ ਸਾਰੀਆਂ ਮਿਲ ਜਾਣ, ਪਰ ਕੇਰਾਂ ਤਾਂ ਜੇ ਪੰਜਾਬੀ 'ਚ ਕਹਿੰਦੇ ਡਾਫ ਲੈ ਗਈ, ਉਹ ਡਾਫ ਲੈ ਗਈ ਹੈ। ਔਰ ਕਿਸਾਨਾਂ ਦੀ ਇਹਦੇ ਵਿੱਚ ਇੱਕ ਬਹੁਤ ਵੱਡੀ ਵਿਕਟਰੀ ਹੈ, ਕਿਉਂਕਿ ਕਿਸਾਨਾਂ ਨੇ ਤਾਂ ਫੈਸਲਾ ਕਰਤਾ ਸੀ ਕਿ ਦੁਬਾਰਾ ਯੁੱਧ ਫੇਰ ਅਸੀਂ ਲਖੀਮਪੁਰ ਖੀਰੀ ਸ਼ੁਰੂ ਕਰਦੇ ਹਾਂ। ਤੇ ਅਸੀਂ ਉਚੇਚੇ ਤੌਰ ਤੇ ਧੰਨਵਾਦ ਕਰਾਂਗੇ ਚੀਫ ਜਸਟਿਸ ਰਮਨਾ ਸਾਹਿਬ ਦਾ, ਜਿਨ੍ਹਾਂ ਦੇ ਬੈਂਚ ਨੇ ਇਹ ਫੈਸਲਾ ਸੁਣਾ ਕੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੀ ਜੁਡੀਸ਼ਰੀ ਦੇ ਵਿੱਚ ਅਜੇ ਵੀ ਜਿੰਦ ਜਾਨ ਹੈਗੀ। ਤੇ ਢਿੱਲੋਂ ਸਾਹਿਬ, ਤੁਹਾਨੂੰ ਯਾਦ ਹੋਣਾ ਪਹਿਲਾਂ ਜਦੋਂ ਬੇਅੰਤ ਸਿੰਘ ਸਰਕਾਰ ਸੀਗੀ ਉਦੋਂ ਘੜੁੱਕੇ ਬੰਦ ਹੋਏ ਸੀ। ਘੜੁੱਕੇ ਬੰਦ ਹੋਏ ਤਾਂ ਹਰਚਰਨ ਸਿੰਘ ਬਰਾੜ ਨੇ ਕਹਿਤਾ ਵੀ ਨਹੀਂ ਬਈ ਇਹਦਾ ਚੱਲਣ ਦਿਓ ਜੀ, ਤੇ ਬੜੇ ਐਕਸੀਡੈਂਟ ਵੀ ਹੋਏ, ਪਰ ਸੁਪਰੀਮ ਕੋਰਟ ਦਾ ਹੁਕਮ ਉਵੇਂ ਜਾਰੀ ਰਿਹਾ। ਘੜੁੱਕੇ ਬਣਦੇ ਵੀ ਰਹੇ, ਸਰਦੂਲ ਕੱਢਦੇ ਉਵੇਂ, ਪੱਤਰਕਾਰਾਂ ਨੂੰ ਦੇਖ ਕੇ ਸ਼ਟਰ ਬੰਦ ਵੀ ਹੁੰਦੇ ਰਹੇ। ਫਿਰ ਹੌਲੀ ਹੌਲੀ ਦੌਰ ਆ ਗਿਆ ਜੀ ਜਿਹੜੀਆਂ ਗੰਨੇ ਵਾਲੀਆਂ ਰੇਹੜੀਆਂ ਤੇ ਵੀ ਇਹਨਾਂ ਤੇ ਇੰਜਣ ਕਰਤਾ, ਬਿਨ ਬ੍ਰੇਕਿੰਗ ਕੰਮ, ਬੇਵਾਰਸ ਪਤਾ ਨਹੀਂ ਕਿੱਧਰ ਨੂੰ ਹੋ ਜਾਂਦੀਆਂ, ਕਿਉਂਕਿ ਇਹਨਾਂ ਦੇ ਨਾ ਬ੍ਰੇਕ ਆ ਨਾ ਹੋਰ ਹੈ, ਖਿੱਚ ਧੂ ਨਾਲ ਹੀ ਖੜਦੀਆਂ ਜੀ। ਫਿਰ ਦੌਰ ਸ਼ੁਰੂ ਹੋ ਗਿਆ ਜੀ ਮੋਟਰਸਾਈਕਲ ਮਗਰ ਰੇਹੜੀਆਂ ਪਾਉਣ ਦਾ ਜੀ, ਤੇ ਫਿਰ ਮੋਟਰਸਾਈਕਲ ਰੇਹੜੀਆਂ ਤੋਂ ਬਾਅਦ ਦੌਰ ਸ਼ੁਰੂ ਹੋਇਆ ਮੋਟਰਸਾਈਕਲਾਂ ਦੇ ਉੱਤੇ ਰੇਹੜੀਆਂ ਦਾ। ਤੇ ਫਿਰ ਚੀਨ ਤੋਂ ਵੀ ਰੇਹੜੀਆਂ, ਜਿਵੇਂ ਪਾਕਿਸਤਾਨ ਦੇ ਵਿੱਚ ਤੁਸੀਂ ਦੇਖਿਆ, ਗਏ ਹੋ ਤੁਸੀਂ ਪਾਕਿਸਤਾਨ ਦੇ ਵਿੱਚ, ਮੋਟਰਸਾਈਕਲ ਦੇ ਮਗਰ ਰਿਕਸ਼ੇ ਬਣੇ ਹੋਏ ਆ ਤੇ ਮੋਟਰਸਾਈਕਲ ਉਵੇਂ ਫਿਰ ਇੰਡੀਆ ਚੱਲ ਪਿਆ। ਪਿੱਛੇ ਤੁਹਾਨੂੰ ਪਤਾ ਹੋਣਾ ਵੀ ਇਹ ਵੀ ਕਹਿਤਾ ਸੀ ਕਿ ਬੰਦ ਕਰੋ। ਹੁਣ ਕਹਿੰਦੇ ਜੀ ਸਾਡਾ ਮਕਸਦ ਜਿਹੜਾ ਰੁਜ਼ਗਾਰ ਖੋਣਾ ਨਹੀਂ ਹੈ। ਇਹ ਫਿਰ ਕਿਹੜੇ ਰੁਜ਼ਗਾਰ ਦੀਆਂ ਗੱਲਾਂ ਹੁੰਦੀਆਂ? ਦੇਖੋ, ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹਿਣੀ ਪਈ। ਪਹਿਲੀ ਗੱਲ ਤਾਂ ਦਾਨੇੜੀਆ ਸਾਹਿਬ, ਅਸੀਂ ਇਸ ਗੱਲ ਦੇ ਹੱਕ ਵਿੱਚ ਹਾਂ ਕਿ ਸਰਕਾਰ ਦਾ ਸਮਾਂ ਅਜੇ ਥੋੜਾ ਹੋਇਆ। ਸਰਕਾਰ ਨਿਆਣੀ ਹੈ, ਉਮਰ ਅਜੇ 1.25 ਮਹੀਨੇ ਦੀ ਵੀ ਨਹੀਂ ਹੋਈ ਜੀ। ਤੇ ਤੁਹਾਨੂੰ ਪਤਾ ਹੈ ਵੀ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਬੀਬੀ ਨੂੰ, ਦੀ ਮਾਂ ਨੂੰ ਜਿਹੜਾ ਕਹਿੰਦੇ ਹੁੰਦੇ ਵਾਰ ਵਧਾਉਣਾ ਜੀ, ਉਹਦੇ ਤੇ ਵੀ 1.25 ਮਹੀਨਾ ਲੱਗ ਜਾਂਦਾ। ਬਿਲਕੁਲ 1.25 ਮਹੀਨੇ ਬਾਅਦ ਵਾਰ ਵਧਾਉਂਦੇ ਹੁੰਦੇ ਵੀ ਭਾਈ ਚਲੋ ਆਪਦਾ ਕੰਮ ਧੰਦਾ ਕਰਨ ਲੱਗ ਜਾ। ਅਜੇ ਤੱਕ ਇਹਨਾਂ ਦਾ ਪੀਰੀਅਡ ਉਹ ਚੱਲਦਾ ਹੈ ਜੀ, ਜਿਹਨੂੰ ਆਪਾਂ ਹਨੀਮੂਨ ਪੀਰੀਅਡ ਵੀ ਕਹਿੰਦੇ ਹਾਂ। ਇਸ ਕਰਕੇ ਸਰਕਾਰ ਨੂੰ ਘੱਟੋ ਘੱਟ 6 ਮਹੀਨੇ ਦੇਣੇ ਚਾਹੀਦੇ ਹੈ, ਕਿਉਂਕਿ ਸਰਕਾਰ ਨਿਆਣੀ ਵੀ ਹੈ ਜੀ, ਸਰਕਾਰ ਗੈਰ ਤਜਰਬੇਕਾਰ ਵੀ ਹੈ। 92 ਇਹਨਾਂ ਕੋਲੇ ਵਿਧਾਇਕ ਹੈ। ਤੇ ਮੇਰਾ ਖਿਆਲ ਹੈ ਵੀ ਜੇ ਆਪਣੇ ਜ਼ਿਲ੍ਹੇ ਵਾਲੇ ਵਿਧਾਇਕਾਂ ਨੂੰ ਕਿਸੇ ਆਪਾਂ ਖੱਬੀ ਖਾਨ ਪੱਤਰਕਾਰ ਨੂੰ ਕਹਿ ਦਈਏ ਵੀ ਸਾਰਿਆਂ ਦੇ ਨਾਂ ਦੱਸ ਦੇ, ਤੇ ਉਹਨੂੰ ਨਾਂ ਦੱਸ ਪ੍ਰੋਬਲਮ ਹੈ, ਅਜੇ ਤੱਕ ਪੱਤਰਕਾਰਾਂ ਨੂੰ ਨਹੀਂ ਪਤਾ। ਵਧੀਆ ਗੱਲ ਇਹਨਾਂ ਨੇ ਇਹ ਕੀਤੀ ਕਿ ਜਿਹੜੇ MLA ਸਾਹਿਬਾਨ ਆ ਉਹ ਚੰਡੀਗੜ੍ਹ ਨਾ ਤੁਰੇ ਫਿਰਨ, ਲੋਕਾਂ ਨੂੰ ਲੈ ਕੇ ਇੱਥੇ ਇਹਨਾਂ ਨੂੰ ਤੁਸੀਂ ਇੱਥੇ ਰਹੋ ਤੇ ਇਹ ਦੇਖੋ ਵੀ ਕੰਮ ਧੰਦਾ ਕਿਵੇਂ ਚੱਲਦਾ ਜੀ। MLA ਗਏ ਜਾ ਕੇ ਉਹਨਾਂ ਨੇ ਕੁਝ ਦਫ਼ਤਰਾਂ ਦੇ ਵਿੱਚ ਦੇਖਿਆ, ਲੇਕਿਨ ਕਈ ਜਿਹੜੇ ਅਣਜਾਣ MLA ਅਜੇ ਤੱਕ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਕੋਈ
ਪੁੱਠਾ ਸਿੱਧਾ ਵੀ ਬੋਲਿਆ, ਹੂੰ ਜਿਹੜੀ ਗੱਲ ਦਾ ਪਤਾ ਹੀ ਨਹੀਂ ਹੁੰਦਾ। ਕਈ ਵਾਰੀ ਪੋਸਟਮਾਰਟਮ ਵੀ ਡਾਕਟਰੀ ਮੋਨੇ ਦਾ ਪੋਸਟਮਾਰਟਮ ਵੀ ਕਹਿਣ ਲੱਗ ਪੈਂਦੇ। ਕਈ ਮੇਰੇ ਵਰਗੇ ਇਹ ਕਹਿਣ ਲੱਗੇ ਅਸੀਂ ਰੇਡ ਤੇ ਚੱਲੇ ਆ। ਰੇਡ ਜਿਹੜੀ ਹੈ ਪੁਲਿਸ ਮਾਰਦੀ ਹੁੰਦੀ, ਹਾਂ, ਜਾਂ ਮਤਲਬ ਕੋਈ ਜਿਵੇਂ ਬਿਜਲੀ ਚੋਰੀ ਵਗੈਰਾ ਹੈਗੀ ਆ, ਉਹਨਾਂ ਦੇ ਇਨਫੋਰਸਮੈਂਟ ਡਿਪਾਰਟਮੈਂਟ ਉਹ ਮਾਰਦਾ ਹੁੰਦਾ ਹੈ। ਐਮਐਲਏ ਜਿਹੜਾ ਹੈਗਾ, ਐਮਐਲਏ ਨੂੰ ਜੇ ਆਪਾਂ ਦੇਖੀਏ ਤੇ ਇਹਨੂੰ ਲੋਕ ਸੇਵਕ ਮੰਨਿਆ ਗਿਆ, ਜਨ ਸੇਵਕ, ਕਿਉਂਕਿ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹਨੂੰ ਤਨਖਾਹ ਮਿਲਦੀਆਂ। ਜਿਵੇਂ ਕੋਈ ਸਿਪਾਹੀ ਵੀ ਜਨ ਸੇਵਕ ਆ, ਉਵੇਂ ਐਮਐਲਏ ਵੀ ਜਨ ਸੇਵਕ ਹੈ। ਐਮਐਲਏ ਦਾ ਕੰਮ ਹੈ ਕਾਨੂੰਨ ਬਣਾਉਣਾ ਤੇ ਕਾਨੂੰਨਾਂ ਨੂੰ ਲਾਗੂ ਕਰਨਾ ਐਗਜ਼ੈਕਟਿਵ ਨੇ ਹੁੰਦਾ, ਜਿਨ੍ਹਾਂ ਨੂੰ ਆਪਾਂ ਅਫਸਰ ਕਹਿ ਦਿੰਦੇ। ਇਸ ਕਰਕੇ ਕਈ ਵਾਰੀ ਉਹਨਾਂ ਦੇ ਨਾਲ ਤੂੰ ਤੜਾਕ ਵਾਲੀ ਗੱਲ ਵੀ ਹੋਈ ਆ, ਉਹ ਰੌਲੇ ਰੱਪੇ ਵੀ ਪੈਂਦੇ ਨੇ। ਖੈਰ, ਹੁਣ ਕੁਝ ਫੈਸਲੇ ਹੋਏ ਜੀ। ਪਹਿਲਾ ਫੈਸਲਾ ਬੜਾ ਧੂਮ ਧੜਕੇ ਨਾਲ ਜਿਹੜਾ ਕੀਤਾ ਸੀ, ਕਹਿੰਦੇ ਲਓ ਜੀ ਅਸੀਂ ਬਿਜਲੀ ਕਰਤੀ ਮਾਫ, 300 ਯੂਨਿਟ ਕਹਿੰਦੇ ਜੀ ਹਰੇਕ ਨੂੰ ਮਿਲੂਗੀ। ਹਰੇਕ ਦੇ ਵਿੱਚੋਂ ਕਹਿੰਦੇ ਜੀ ਜੇ 300 ਯੂਨਿਟ ਦੇ ਕਿਉਂਕਿ ਆਪਣਾ ਸਰਕਲ 2 ਮਹੀਨੇ ਦਾ ਬਿਲਕੁਲ 300 ਤੇ 300 600 ਯੂਨਿਟ ਦੇ ਉੱਤੇ ਇੱਕ ਵੀ ਜੇ ਯੂਨਿਟ ਤੁਹਾਡੀ 605 ਬਚ ਗਈ ਤਾਂ ਫਿਰ ਤੁਹਾਨੂੰ ਸਾਰੇ 600 ਯੂਨਿਟ ਦੇ ਹੀ ਪੈਸੇ ਦੇਣੇ ਪੈਣਗੇ। ਮਾਫੀ ਉਹਦੇ ਚ ਨਹੀਂ ਹੋਣੀ। ਅਜੇ ਮੇਰਾ 60-61 ਦੇ ਉੱਤੇ ਚਲਾਨ ਹੋ ਗਿਆ। ਹਾਂ, ਦੂਜੇ ਪਾਸੇ ਗੱਲ ਕਰਤੀ ਸੀ ਕਿ ਜਿਹੜੇ ਲੋਕ ਫਰੀडम ਫਾਈਟਰ ਹੈ ਜੀ, ਬੀਕਰ ਸੈਕਸ਼ਨ ਦੇ ਵਿੱਚੋਂ ਦੇ ਗਰੀਬ ਭਾਈਚਾਰੇ ਚੋਂ, ਉਹਨਾਂ ਦੀ ਜੇ ਵੱਧ ਵੀ ਜਾਊਗੀ ਤੇ ਉਹਨਾਂ ਦੀ ਅਸੀਂ ਫੇਰ ਵੀ ਮਤਲਬ ਜਿਹੜੀ ਹੈਗੀ ਆ ਉਸੇ ਰੇਟ ਤੇ ਉਹਨਾਂ ਤੋਂ ਲਵਾਂਗੇ। ਕੋਈ ਖਾਸ ਗੱਲ ਨਹੀਂ, ਉਹਨਾਂ ਨੂੰ ਮਾਫੀ ਹੈ ਉਹਨਾਂ ਨੂੰ ਵੀ। ਤਾਂ ਉਦੋਂ ਬਾਅਦ ਜਦੋਂ ਹਿਸਾਬ ਕਿਤਾਬ ਲਾ ਕੇ ਦੇਖਿਆ, ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲ ਕੀਤੀ, ਕਿਵੇਂ ਕੀਤੀ, ਫਿਰ ਕੋਈ ਥੋੜੀ ਜਿਹੀ ਤਬਦੀਲੀ ਕਰਤੀ। ਅੱਛਾ, ਕਹਿੰਦੇ ਵੀ ਜਿਨ੍ਹਾਂ ਦਾ ਲੋਡ 1 ਕਿਲੋਵਾਟ ਹੈ ਉਹਨਾਂ ਨੂੰ ਇਹ ਫੈਸਿਲਿਟੀ ਮਿਲੂਗੀ। ਉਹ ਪਹਿਲਾਂ ਕਿਉਂਕਿ ਪਹਿਲਾਂ ਹੀ 2016 ਵੇਲੇ ਦਾ ਹੀ ਸੀਗਾ। ਹਾਂ, ਬੀਕਰ ਸੈਕਸ਼ਨ ਦੇ ਵਿੱਚ ਹੋਵੇ। ਜੇ ਉਹ ਕਹਿੰਦੇ ਵੀ ਉਹਨਾਂ ਦੀ ਵੀ ਰੇਟ ਵੱਧ ਗਿਆ, ਰੇਸ਼ੋ ਵੱਧ ਗਈ, 600 ਤੋਂ ਉੱਪਰ ਚਲੀ ਗਈ, ਤੇ ਉਹਨਾਂ ਨੂੰ ਵੀ ਪੂਰਾ ਦੇਣਾ ਪੈਣਾ। ਇਨਕਮ ਟੈਕਸ ਵਾਲੇ ਨੂੰ ਵੀ ਪੂਰਾ ਦੇਣਾ ਪੈਣਾ। ਤੇ ਜੇ ਇਨਕਮ ਟੈਕਸ ਵਾਲੇ ਨੂੰ ਪੂਰਾ ਦੇਣਾ ਪੈਣਾ ਤੇ ਜਿਹੜੇ ਲੋਕ ਨੌਕਰੀ ਪੈਸੇ ਲਗਭਗ ਹਰ ਇੱਕ ਦੀ ਇਨਕਮ ਟੈਕਸ ਕੱਟਿਆ ਜਾਂਦਾ ਬਿਲਕੁਲ। ਤੇ ਉਹ ਕਿਸੇ ਨੂੰ ਉਹਦਾ ਕੁਝ ਮਿਲਣਾ ਹੀ ਨਹੀਂ ਸੀ ਉੱਥੇ ਜੀ। ਫਿਰ ਉਹ ਕਹਿੰਦੇ ਤਾਂ ਗਲਤ ਹੋ ਗਿਆ ਕੰਮ ਉਹਦੇ ਤੇ। ਚਲੋ ਕਹਿੰਦੇ ਦੇਖਦੇ ਹਾਂ, ਹਜੇ ਤੱਕ ਫੈਸਲਾ ਜੁਲਾਈ ਚ ਲਾਗੂ ਹੋਣਾ ਜੀ। ਪਹਿਲੀ ਗੱਲ ਤਾਂ ਵੀ ਜਿਹੜਾ ਪਹਿਲਾਂ ਐਲਾਨ ਕਰਤਾ ਤੇ ਐਲਾਨ ਤੋਂ ਫਿਰ ਬੈਕ ਮਾਰ। ਦੂਜਾ ਐਲਾਨ ਫਿਰ ਜਿਹੜਾ ਜੀ ਇੱਕ ਹੋਰ ਵੀ ਕੀਤਾ ਸੀ, ਉਹ ਮੇਰੇ ਦਿਮਾਗ ਚੋਂ ਨਿਕਲ ਗਿਆ। ਤੇ ਤੀਜਾ ਹੁਣ ਆ ਗਿਆ ਰੇਡਿੰਗ ਵਾਲਾ ਫੈਸਲਾ ਕਰਤਾ ਜੀ। ਕਹਿੰਦੇ ਇਹਦੇ ਨਾਲ ਤਾਂ ਐਕਸੀਡੈਂਟ ਹੁੰਦੇ ਤੇ ਇਹਨਾਂ ਨੂੰ ਬੰਦ ਕਰ ਦਿਓ। ਵੈਸੇ ਪਤਾ ਲੱਗਿਆ ਕਿ ਇਸ ਕੋਈ ਫੈਸਲਾ ਅਦਾਲਤ ਦਾ ਸੁਪਰੀਮ ਕੋਰਟ ਦਾ ਢਿੱਲੋਂ ਸਾਹਿਬ ਵੀ ਕੋਈ ਵੀ ਜਿਹੜੀ ਹੈ ਨਾ ਓਰੀਜਨਲ ਤੌਰ ਤੇ ਮੋਡੀਫਾਈਡ ਜਿਹੜੀ ਕੋਈ ਵੀ ਵਹੀਕਲ ਹੈ ਜਿਹੜੀ ਜਾਂ ਆਥੋਰਾਈਜ਼ ਬਣੀ ਨਹੀਂ ਹੈਗੀ, ਉਹ ਸਾਰੀਆਂ ਬੈਨ ਹੈ। ਘੜੁੱਕਾ ਹੋ ਗਿਆ, ਜੋ ਵੀ ਹੋ ਗਿਆ, ਜੇ ਤਬਦੀਲ ਹੁਣ ਬੱਸਾਂ ਹੈ, ਟਰੱਕ ਹੈ, ਚੌੜੇ ਕਰ ਲੈਂਦੇ, DTO ਪਾਸ ਨਹੀਂ ਕਰਦਾ, ਇਹ ਵੀ ਬੈਨ ਹੈ। ਪਰ ਦੱਬੀ ਆਉਂਦੇ ਲੋਕ। ਫਿਰ ਤਾਂ ਮੇਰਾ ਖਿਆਲ ਹੈ ਆਪਣੇ ਸਾਬਕਾ ਖਜ਼ਾਨਾ ਮੰਤਰੀ ਕੋਲ ਜਿਹੜੀ ਜੀਪ ਹੈ ਉਹ ਵੀ ਬੈਨ ਹੈ। ਤੇ ਫਿਰ ਉਹ ਚਲਦੀ ਚੰਡੀਗੜ੍ਹ ਦੀਆਂ ਸੜਕਾਂ ਤੇ ਤੇ ਤੁਹਾਡੇ ਯਾਦ ਆ ਫਿਰ ਚੰਨੀ ਬਾਈ ਜੀ ਨੂੰ ਉਹਦੇ ਚ ਬਿਠਾਇਆ ਸੀ, ਬਿਠਾ ਕੇ ਤੇ ਫਿਰ ਉਹਦਾ ਗੇੜਾ ਵੀ ਲਵਾਇਆ ਸੀ। ਬਿਲਕੁਲ ਠੀਕ ਹੈ। ਤਾਂ ਫਿਰ ਸਾਰਾ ਕੁਛ ਹੈ ਨਾ। ਹੁਣ ਆਹ ਸਵਾਲ ਆ ਗਿਆ ਮੇਰਾ ਵੀ ਗਰੀਬ ਦਾ ਘੜੁੱਕਾ ਤਾਂ ਦਿਖਦਾ ਹੈ, ਡੱਬਲ ਵਾਲੀਆਂ ਜੀਪਾਂ ਨਹੀਂ ਦਿਸਦੀਆਂ, ਮੋਗੇ ਵਾਲੀਆਂ ਨਹੀਂ ਦਿਸਦੀਆਂ, ਕਿਉਂਕਿ ਉਹ ਜੀਪਾਂ ਦੇ ਉੱਤੇ ਗਰੀਬ ਬੰਦਿਆਂ ਨੇ ਨਹੀਂ, ਉਹਨਾਂ ਦੇ ਉੱਤੇ ਅਮੀਰਾਂ ਨੇ ਚੜ੍ਹਨਾ। ਗਰੀਬ ਤੇ ਜਿਹੜੇ ਟਰੱਕ ਲਿਆਉਂਦੇ ਆ ਜੀ, ਕਾਰਾਂ, ਇਹ ਨਹੀਂ ਦਿਸਦੇ। ਹਾਂਜੀ, ਇਹ ਦੇਖੋ ਕਿੰਨੇ ਚੌੜੇ ਆ ਅੱਗੋਂ ਪਿੱਛੋਂ, ਦੇਖੋ ਟਰੱਕ ਅੱਗੋਂ ਮੂੰਹ ਕਿੱਡਾ 2 ਫੁੱਟ ਇੱਧਰ 4 ਫੁੱਟ ਚੌੜੇ ਨੇ। ਬਿਲਕੁਲ, ਤੇ ਲੰਬੇ ਵੀ ਕਿੰਨੇ ਨੇ। ਹਾਂ, ਉਹਦੇ ਚ ਹੁਣ ਕਾਰਨ ਕੀ ਹੈ? ਜੇ ਕਾਰਾਂ ਚਲਾ ਕੇ ਲਿਆਉਂਦੇ ਆ ਉਹਦੇ ਤੇ ਤੇਲ ਖਾਂਦੇ, ਤੇਲ ਵੀ ਬਚਾਉਣਾ ਨਹੀਂ, ਉਹ ਚਲਾ ਕੇ ਲਿਆ ਹੀ ਨਹੀਂ ਸਕਦੇ ਜੀ। ਕਾਨੂੰਨ ਨਹੀਂ, ਕਿਸੇ ਤੁਹਾਡੀ ਗੱਡੀ ਤੁਸੀਂ ਖਰੀਦਣੀ ਹੈ, ਕਿਉਂ ਚਲਾ ਕੇ ਲਿਆਓਗੇ? ਨਹੀਂ, ਇਹ ਨਹੀਂ ਹੈਗਾ ਵੀ ਤੁਸੀਂ ਆਪਣੀ ਜਿੱਥੇ ਜੇ ਤੁਹਾਡੀ ਕੰਪਨੀ ਤੱਕ ਲੈ ਕੇ ਆਓ ਨਾ, ਤੁਹਾਡੀ ਗੱਡੀ ਹੈ, ਖਰੀਦਦਾਰ ਦੀ ਟਰੈਕਟਰਾਂ ਵਾਲੇ ਧੱਕਾ ਕਰਦੇ ਨੇ। ਅੱਛਾ, ਜਦੋਂ ਢੋਆ ਢਵਾਈ ਲੈਂਦੇ ਹੋ ਟਰੱਕ ਤੇ ਲਾਓ, ਉੱਥੇ ਤੁਸੀਂ ਉਹਦਾ ਇੰਜਨ ਖਰਾਬ ਕਰਦੇ ਹੋ, ਤੁਸੀਂ ਭਜਾ ਕੇ ਰੇਸ ਨਾ ਕਰਦੇ, ਉਹਦੇ ਟਾਇਰ ਘਸਾਉਣੇ ਹੋ, ਨਾਲੇ ਉੱਤੋਂ ਤੁਸੀਂ ਢੋਆ ਢਵਾਈ ਦਾ ਤੁਹਾਡੀ ਗੱਡੀ ਦੇ ਟਾਇਰ ਕਿਉਂ ਘਸਣ ਜੀ? ਤੁਹਾਡੀ ਗੱਡੀ ਦੇ ਮਾਈਲੇਜ ਕਿਉਂ ਪਵੇ? ਨਹੀਂ, ਫਿਰ ਉਹਦਾ ਕੋਲ ਟਰੱਕ ਕਿਹੜਾ ਹੁੰਦਾ, ਹੋਰ ਹੁੰਦਾ ਕੋਈ ਖਾਸ? ਵੈਸੇ ਗਲਤ ਹੈ ਨਾ, ਉਹਨੂੰ ਪਾਸ ਕਰੋ, ਪਰ ਹੋ ਨਹੀਂ ਸਕਦਾ ਕਿਉਂਕਿ ਭੀੜੇ ਕਰੋ। ਹਾਂ, ਭੀੜੇ ਨਹੀਂ ਕੋਈ ਕਰਦਾ। ਚਲੋ, ਇਹ ਆਪਾਂ ਦੇਖਦੇ ਇਸ ਗੱਲ ਦੀ। ਦੂਜੀ ਗੱਲ ਜਿਹੜੀ ਦਾਨੇ ਵਾਲੀ ਸਾਹਿਬ, ਮੈਂ ਇਹਦੇ ਨਾਲ ਹੋਰ ਗੱਲ ਕਰ ਲਾਂ। ਇਹ ਠੀਕ ਹੈ ਕਿ ਅਦਾਲਤਾਂ ਕਈ ਵਾਰੀ ਹੁਕਮ ਜਾਰੀ ਕਰਦੀਆਂ ਵੀ ਇਹਦੇ ਨਾਲ ਐਕਸੀਡੈਂਟ ਹੁੰਦੇ ਜੀ, ਇਹਨੂੰ ਰੋਕੋ। ਤੁਸੀਂ ਸਰਦੂਲਗੜ੍ਹ ਵਾਲੇ ਘੜੁੱਕਿਆਂ ਦੀ ਗੱਲ ਕੀਤੀ, ਇਵੇਂ ਜਿਵੇਂ ਆਪਾਂ ਇਹਨਾਂ ਮੋਟਰਸਾਈਕਲਾਂ ਦੀ ਗੱਲ ਕਰ ਲਈਏ। ਪਿਛਲੇ ਸਮੇਂ ਦੇ ਵਿੱਚ ਜਿੰਨੇ ਐਕਸੀਡੈਂਟ ਹੋਏ ਹੈ ਉਹਨਾਂ ਐਕਸੀਡੈਂਟਾਂ ਦੇ ਅੰਕੜੇ ਕੱਢ ਕੇ ਦੇਖੋ ਜੀ। ਮੇਰੇ ਖਿਆਲ ਮੁਤਾਬਕ ਪੰਜਾਬ ਦੇ ਵਿੱਚ ਬਹੁਤੇ ਐਕਸੀਡੈਂਟ ਜਿਹੜੇ ਹੋਏ ਹੈ ਉਹ ਅਵਾਰਾ ਪਸ਼ੂਆਂ ਨਾਲ ਹੋਏ। ਅਵਾਰਾ ਪਸ਼ੂਆਂ ਦਾ ਪ੍ਰਬੰਧ ਕਿਉਂ ਨਹੀਂ ਹੁੰਦਾ? ਬਿਲਕੁਲ, ਉਹਨਾਂ ਦਾ ਪ੍ਰਬੰਧ ਨਹੀਂ ਹੁੰਦਾ। ਮੇਰਾ ਖਿਆਲ ਘੜੁੱਕਿਆਂ ਨਾਲ, ਜਿਹੜੇ ਮੋਟਰਸਾਈਕਲ ਵਾਲੀਆਂ ਰੇਹੜੀਆਂ, ਇਹਨਾਂ ਦੇ ਨਾਲ ਨਹੀਂ। ਹੁਣ ਇਹਨਾਂ ਰੇਹੜੀਆਂ ਨੂੰ ਜੇ ਆਪਾਂ ਦੇਖੀਏ, ਇਹ ਰੇਹੜੀਆਂ ਤਾਂ ਕਿਸਾਨ ਵੀ ਇਸਤੇਮਾਲ ਕਰਦੇ ਖੇਤਾਂ ਦੇ ਵਿੱਚੋਂ ਪੱਠੇ ਤੇ ਤੱਥੇ ਲਿਆਉਣ ਵਾਸਤੇ ਜੀ। ਤੁਸੀਂ ਜ਼ਿਕਰ ਕਰੋ, ਇੱਕ ਆਪਾਂ ਯਾਦ ਕਰੋ, ਇੱਕ ਜ਼ਿਕਰ ਹੁੰਦਾ ਵਾਰੀ
ਕਿ ਜੀ ਟਰੈਕਟਰ ਨੂੰ ਹੂੰ ਪਹਿਲਾਂ ਟੈਕਸ ਲੱਗਦਾ ਹੁੰਦਾ ਸੀ ਬਿਲਕੁਲ, ਤੇ ਇਹਨੂੰ ਜਿਹੜਾ ਹੈਗਾ ਗੱਡਾ ਬਣਾਤਾ ਤੇ ਜਿਵੇਂ ਸਾਈਕਲ ਤੇ ਵੀ ਟੋਕਨ ਲੱਗਦਾ ਹੁੰਦਾ ਸੀ ਤੁਹਾਡੇ। ਹਾਂ, ਸਾਡੇ ਵੇਲੇ ਲੱਗਦਾ ਹੁੰਦਾ ਸੀ। ਹੂੰ। ਕਹਿੰਦੇ ਜੀ ਗੱਡਾ ਬਣਾਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਕਹਿੰਦੇ ਤਾਂ ਕਿਸਾਨਾਂ ਦਾ ਗੱਡਾ ਹੈ, ਇਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਲੱਗੂ, ਉਹਨਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ। ਮੇਰੇ ਖਿਆਲ ਮੁਤਾਬਕ ਇਹ ਫੈਸਲਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਕੀਤਾ ਸੀ, ਲక్ష్మణ ਸਿੰਘ ਨੇ ਨਾ 1985 'ਚ ਕੀਤਾ ਸੀ ਸੁਰਜੀਤ ਸਿੰਘ ਬਰਨਾਲਾ ਵਾਲੀ ਸਰਕਾਰ ਨੇ। ਨਹੀਂ, ਉਦੋਂ ਪਹਿਲਾਂ ਦਾ ਜੀ, ਉਦੋਂ ਪਹਿਲਾਂ ਦਾ, ਕਿਉਂਕਿ 80 ਦੇ ਵਿੱਚ ਅਸੀਂ, ਮੈਨੂੰ ਯਾਦ ਆ, ਟਰੈਕਟਰ ਤੇ ਟੈਕਸ ਨਹੀਂ ਸੀਗਾ ਦਿੱਤਾ, ਮੇਰਾ ਰੋਡ ਟੈਕਸ ਹੈ ਨਹੀਂ ਸੀ ਜੀ। ਨਹੀਂ, ਉਦੋਂ ਪਹਿਲਾਂ ਹੀ ਲక్ష్మణ ਸਿੰਘ ਗਿੱਲ ਵੇਲੇ ਹੋਇਆ। ਲక్ష్మణ ਸਿੰਘ ਗਿੱਲ ਵੇਲੇ ਹੋ ਗਿਆ ਤੇ ਬਾਦਲ ਸਾਹਿਬ ਦੇ, ਬਾਦਲ ਸਾਹਿਬ ਨੇ ਉਦੋਂ ਪਹਿਲਾਂ ਹੋਇਆ। ਹਾਂ, ਉਹ ਤੋਂ ਪਹਿਲਾਂ ਹੋਇਆ। ਜੇ ਉਹਦੇ ਤੇ ਮਤਲਬ ਜਿਹੜਾ ਹੈਗਾ ਤੁਹਾਡਾ ਟੈਕਸ ਖਤਮ ਹੋਇਆ ਵਾ, ਇਹਨਾਂ ਦੇ ਟੈਕਸ ਨਹੀਂ, ਉਹ ਚੱਲੀ ਜਾਂਦੀ ਹੈ। ਹੁਣ ਉਹ ਢੋਆ ਢੋਆਈ ਵੀ ਕਰਦੇ, ਬਿਲਕੁਲ, ਸ਼ਹਿਰਾਂ ਦੇ ਵਿੱਚ ਆ ਕੇ ਜਿਹੜਾ ਹੈਗਾ ਢੋਆ ਢੋਆਈ ਉਹ ਵੀ ਕਰਦੇ ਨਹੀਂ। ਉਦੋਂ ਬਾਅਦ ਤਾਂ ਭੱਠੇ ਵਾਲੇ ਤੁਹਾਡੇ ਕਿਸਾਨਾਂ ਦੇ ਨਾਂ ਤੇ ਹੀ ਵਰਤੀ ਜਾਂਦੇ, ਪਹਾੜਾ ਲੈਂਦੇ ਆ, ਪਹਾੜਾ ਢੋਲਦੇ ਆ। ਤੁਸੀਂ ਦੇਖੋ ਹੁਣ ਕਈ ਵਾਰੀ ਜੋ ਟਰੱਕ ਯੂਨੀਅਨਾਂ ਦਾ ਰਫੜ ਪੈ ਜਾਂਦਾ ਉਦੋਂ ਗੱਲਾਂ ਚੱਕਦੇ। ਬਿਲਕੁਲ ਬਿਲਕੁਲ, ਉਹ ਗੱਲਾਂ ਸਾਰਾ ਚੁਕਵਾਇਆ ਜਾਂਦਾ। ਜਿਹੜੀਆਂ ਸ਼ਹਿਰਾਂ ਦੇ ਵਿੱਚ ਟਰੈਕਟਰ ਯੂਨੀਅਨਾਂ ਬਣੀਆਂ ਹੋਈਆਂ ਜੀ, ਉਹ ਸਾਰੀਆਂ ਗੈਰ ਕਾਨੂੰਨੀ ਆ। ਉਹ ਸਾਰੀਆਂ ਗੈਰ ਕਾਨੂੰਨੀ, ਮਤਲਬ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਤੇ ਵਿਚਾਰੇ ਗਰੀਬ ਬੰਦੇ ਕਿਉਂ ਦਿਖਦੇ ਆ। ਮੋਰ ਓਵਰ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਇਹੋ ਜਿਹੇ ਹੈ ਜੀ, ਜਿਨ੍ਹਾਂ ਪਿੰਡਾਂ ਦੇ ਵਿੱਚ ਬੱਸੇ ਨਹੀਂ ਆਉਂਦੀਆਂ। ਹੂੰ, ਜਿਹੜੀਆਂ ਵੱਡੇ ਘਰਾਂ ਦੀਆਂ ਬੱਸਾਂ ਹੈ ਜੀ, ਉਹ ਲੋਕਾਂ ਨੂੰ ਸਰਵਿਸ ਨਹੀਂ ਪ੍ਰੋਵਾਈਡ ਕਰਦੀਆਂ। ਨਾ, ਉਹ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਲੋਕਾਂ ਦੀਆਂ ਲੋੜਾਂ ਨਹੀਂ ਪੂਰੀਆਂ ਕਰਦੀਆਂ, ਉਹ ਤਾਂ ਆਪਣਾ ਬਿਜ਼ਨਸ ਕਰਦੀਆਂ। ਉਹ ਕਰਦੀਆਂ ਮੇਨ ਰੋਡਾਂ ਤੇ, ਜੀ, ਜਿਹੜੇ ਹਾਈਵੇ ਆ ਉਹਨਾਂ ਦੇ ਉੱਤੇ ਕਰਦੀਆਂ। ਲਿੰਕ ਰੋਡਾਂ ਤੇ ਤਾਂ ਆ ਵੀ ਬੰਦ ਹੋ ਗਈਆਂ ਤੁਹਾਡੀਆਂ, ਮਿੰਨੀਆਂ ਵੀ ਬੰਦ ਹੋ ਗਈਆਂ, ਉਹ ਵੀ ਬੰਦ ਕਰਵਾਤੀਆਂ। PITC ਰੋਡਵੇਜ਼ ਦੀਆਂ ਬੱਸਾਂ ਜਾਂਦੀਆਂ ਹੁੰਦੀਆਂ ਸੀ ਜਿੱਥੇ ਇੱਥੇ, ਉਹ ਵੀ ਬੰਦ ਹੋ ਗਈਆਂ। ਹੁਣ ਉਹਨਾਂ ਥਾਵਾਂ ਦੇ ਉੱਤੇ ਦਾਨੇ ਵਾਲੀ ਸਾਹਿਬ ਕਈ ਰਿਮੋਟ ਪਿੰਡ ਇਹੋ ਜਿਹੇ ਹੈਗੇ ਆ ਜਿਨ੍ਹਾਂ ਜਿਹੜੇ ਸਟੇਸ਼ਨ ਤੋਂ ਵੀ ਦੂਰ ਆ, ਪਿੰਡ ਵਿੱਚ ਦੀ ਸੜਕ ਵੀ ਨਹੀਂ ਆਉਂਦੀ। ਟੁੱਟੀਆਂ ਭੱਜੀਆਂ ਸੜਕਾਂ ਤੇ, ਉਹਨਾਂ ਟੁੱਟੀਆਂ ਭੱਜੀਆਂ ਸੜਕਾਂ ਦੇ ਉੱਤੇ ਜਾਂ ਕੱਚੇ ਰਾਹਾਂ ਦੇ ਵਿੱਚ ਜੀ ਫਿਰ ਇਹ ਮੋਟਰਸਾਈਕਲਾਂ ਵਾਲੇ ਜਾਂਦੇ। ਬਿਲਕੁਲ, ਇਹਨਾਂ ਦਾ ਖਿਆਲ ਸਾਰਿਆਂ ਦਾ ਕਿਉਂ ਨਹੀਂ ਰੱਖਿਆ ਜਾਂਦਾ। ਖੈਰ, ਜਦੋਂ ਇਹ ਮਾਮਲਾ ਹੋਇਆ ਤੁਸੀਂ ਕਿਉਂ ਕਹਿਣਾ ਪੈ ਗਿਆ ਮੁੱਖ ਮੰਤਰੀ ਨੂੰ, ਸਾਰੇ ਪੰਜਾਬ ਦੇ ਵਿੱਚੋਂ ਜੀ ਲੋਕ ਉੱਠ ਕੇ ਖੜੇ ਹੋ ਗਏ। ਅੱਛਾ ਜੀ, ਜਿਹੜੇ ਬੰਦੇ ਆਪਦੇ ਕਾਰੋਬਾਰ ਕਰਦੇ, ਉਹ ਕਹਿੰਦੇ ਅਸੀਂ ਤਾਂ ਆਮ ਆਦਮੀ, ਆਮ ਆਦਮੀ ਦੀ ਸਰਕਾਰ ਬਣਾਉਣ ਵਾਸਤੇ ਅਸੀਂ ਲਾਤਾ ਪੂਰਾ ਜ਼ੋਰ। ਇਹਨਾਂ ਰੇੜੀਆਂ ਤੇ ਅਸੀਂ ਕੀਤਾ ਪ੍ਰਚਾਰ। ਹਾਂ, ਇਹਨਾਂ ਰੇੜੀਆਂ ਤੇ ਕੀਤਾ ਪ੍ਰਚਾਰ, ਤੇ ਸਭ ਤੋਂ ਪਹਿਲਾਂ ਕੁਹਾੜਾ ਸਾਡੇ ਤੇ ਦਾਨੇ ਵਾਲੀ। ਉਹ ਥਾਣੇਦਾਰ ਵਾਲੀ ਗੱਲ ਹੋ ਗਈ, ਮੁੰਡੇ ਵਾਲੀ। ਚਲੋ ਆਪਾਂ ਫਿਰ ਹੋਇਆ ਕੀ, ਉਹਨਾਂ ਨੇ ਜੀ ਨਾਲ ਦੀ ਨਾਲ ਜੈਤੋ ਵਾਲੇ MLA ਦੇ ਘਰ ਨੂੰ ਲੈ ਕੇ ਪਹੁੰਚ ਗਏ। ਬਠਿੰਡੇ ਵਾਲੇ MLA ਸਰਦਾਰ ਜਗਰੂਪ ਸਿੰਘ ਗਿੱਲ ਦੇ ਘਰ ਨੂੰ ਪਹੁੰਚ ਗਏ ਜੀ। ਹਾਲਾਂਕਿ ਜਗਰੂਪ ਸਿੰਘ ਗਿੱਲ ਇਹੋ ਜਿਹਾ ਬੰਦਾ ਹੈ ਵੀ ਜਿਹੜਾ ਬੰਦਾ ਕਿਸੇ ਦੀ ਨਾਰਾਜ਼ਗੀ ਮੁੱਲ ਲੈਂਦਾ ਹੀ ਨਹੀਂ। ਉਹ ਜਿਹੜੇ ਬੰਦੇ ਨੇ ਗਨਮੈਨ ਨਹੀਂ ਲਏ, ਸਿਕਿਉਰਿਟੀ ਕੋਈ ਨਹੀਂ ਲਈ, ਸਰਕਾਰੀ ਗੱਡੀ ਨਹੀਂ ਲਈ, ਉਹ ਕਹਿੰਦੇ ਭਾਈ ਦੱਸ ਤੈਨੂੰ ਵੋਟਾਂ ਪਾਈਆਂ ਸੀ, ਤੂੰ ਗੱਲ ਕਰ। ਕਹਿੰਦਾ ਵੀ ਗਿੱਲ ਬਿਲਕੁਲ ਸਿਰ ਮੱਥੇ, ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਦਾ। ਉਧਰੋਂ ਅਮੋਲਕ ਸਿੰਘ ਜੈਤੋ ਵਾਲਾ ਉਹਨੂੰ ਜਾ ਕੇ ਰਾ ਪਾਇਆ। ਕੱਲ ਤਾਂ ਕਹਿੰਦੇ ਜੀ ਸ਼ਾਇਦ ਉਧਰ ਡਿਪਟੀ ਸਪੀਕਰ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ, ਉਹਨਾਂ ਦੇ ਘਰਾਂ ਨੂੰ ਵੀ ਜਾਂਦੇ। ਜਦੋਂ ਦੇਖਿਆ ਸਾਰੇ ਪੰਜਾਬ ਦੇ ਵਿੱਚੋਂ ਵੀ ਬਾਂਹ ਹੋ ਗਈ, ਇਹਦਾ ਕਰੀਏ ਕੀ, ਤੇ ਫਿਰ ਇਮੀਡੀਏਟ ਆਨਣ ਫਾਨਣ ਦੇ ਵਿੱਚ ਕਹਿੰਦੇ ਜੀ ਬੰਦ ਕਰੋ ਸਾਰਾ ਜੀ, ਇਹ ਗਲਤ ਕਰੋ। ਕੱਲ ਫਿਰ ਮੀਟਿੰਗ ਵੀ ਲਈ ਮੁੱਖ ਮੰਤਰੀ ਸਾਹਿਬ ਨੇ, ਤੇ ਮੀਟਿੰਗ ਜਿਨ੍ਹਾਂ ਨਾਲ ਲਈ ਉਹ ਅਫਸਰ ਲੈ ਕੇ ਤੇ ਨਾਰਾਜ਼ਗੀ ਵੀ ਜ਼ਾਹਰ ਕੀਤੀ ਵੀ ਯਾਰ ਕਿਵੇਂ ਲੈਣੇ ਹੋ ਫੈਸਲੇ ਤੁਸੀਂ। ਦਾਨੇ ਵਾਲੀ ਸਾਹਿਬ ਹੁਣ ਗੱਲ ਇਹ ਹੈ ਕਿ ਫੈਸਲੇ ਹੋ ਜਾਂਦੇ ਹੈ, ਫੈਸਲੇ ਫਿਰ ਵਾਪਸ ਵੀ ਹੁੰਦੇ। ਇਹ ਫੈਸਲੇ ਵਾਪਸ ਹੋਣ ਤੇ ਵਾਪਸ ਲੈਣ ਦੇ ਵਿੱਚ ਗੜਬੜ ਕਿੱਥੇ ਹੈ, ਇਹ ਵੇਖਣ ਵਾਲੀ ਗੱਲ, ਇਹ ਦੇਖਣ ਵਾਲੀ ਗੱਲ ਨਾ ਵੀ ਗੜਬੜ ਕਿੱਥੇ ਹੈ। ਕੀ ਅਜੇ ਤੱਕ ਅਫਸਰ ਸਰਕਾਰ ਨਹੀਂ ਮੰਨਣ ਲੱਗੇ, ਜਾਂ ਸਰਕਾਰ ਦਾ ਕੰਟਰੋਲ ਹੀ ਕੋਈ ਨਹੀਂ? ਇਹ ਵੀ ਤਾਂ ਵੇਖਣ ਵਾਲੀ ਗੱਲ ਹੈ। ਇਹ ਵੇਖਣ ਵਾਲੀ ਗੱਲ, ਲੁੱਟ ਸੁੱਟ ਕਿੰਨੀ ਹੈ ਢਿੱਲੋਂ ਸਾਹਿਬ। ਹੁਣ ਅਸਲੇ ਦੀ ਤੁਸੀਂ ਗੱਲ ਕੀਤੀ ਹੈ ਜੀ, ਮੇਰਾ ਅਸਲੇ ਦਾ ਲਾਇਸੈਂਸ ਰੀਨਿਊ ਕਰਾਉਣਾ ਸੀ। ਦੇਖੋ ਪਹਿਲਾਂ ਕੀ ਸੀਗਾ, ਤੁਸੀਂ ਜਾਂਦੇ ਜੀ DC ਦਫ਼ਤਰ ਦੇ ਵਿੱਚ 750 ਰੁਪਇਆ ਫੀਸ ਦਿੰਦੇ, ਉੱਥੇ ਆਪਦਾ ਜਮ੍ਹਾਂ ਕਰਾਉਂਦੇ, ਤੁਹਾਡਾ ਪੁਲਿਸ ਰਿਪੋਰਟ ਹੁੰਦੀ ਦੀ, ਤੇ ਤੁਸੀਂ ਚਲੋ ਜੀ ਰੀਨਿਊ ਹੋ ਜਾਂਦਾ 750 ਰੁਪਇਆ ਜੀ। 4000 ਦਾ ਜਜੀਆ ਜੀ ਇੱਕ, 4000 ਦਾ ਦੂਜੇ ਅਸਲੇ ਦਾ ਜਜੀਆ ਇੱਕ, ਕਿੰਨਾ ਹੋ ਗਿਆ ਜੀ? 8000। 1500 ਦਾ ਜੀ ਡੋਪ ਟੈਸਟ, 9500। 1500 ਦਾ ਲੱਗ ਗਿਆ ਜੀ ਤੁਹਾਡੀ ਟ੍ਰੇਨਿੰਗ। ਹੁਣ ਮੈਨੂੰ ਐਂ ਦੱਸੋ ਵੀ 20 ਸਾਲ ਹੋ ਗਏ ਮੇਰੇ ਅਸਲੇ ਦੇ ਲਾਇਸੈਂਸ ਬਣੇ ਨੂੰ, 20 ਸਰਟੀਫਿਕੇਟ ਹੈ ਜੀ NCC ਦਾ, ਬੈਸਟ ਰਾਈਫਲ ਸ਼ੂਟਰ ਹੈ ਜੀ, ਆਪਦੀ ਜਿਹੜੀ NCC ਦੀ ਮੇਰੀ ਬਟਾਲੀਅਨ ਸੀ। ਫਿਰ ਹਿਸਾਬ ਲਾ ਲਓ ਵੀ ਆਰਮੀ ਅਟੈਚਮੈਂਟ ਕੈਂਪ ਲਾਇਆ। ਹੁਣ ਮੈਨੂੰ ਉਹ ਕੀ ਸਿਖਾਊਗਾ ਜੀ? ਕਿੰਨੀ ਖੱਜਲ ਖੁਆਰੀ, ਪੂਰਾ ਦਿਨ ਲੱਗ ਗਿਆ ਜੀ ਮੈਡੀਕਲ ਤੇ। ਹੁਣ ਮਾਰਕ ਜਿਹੜਾ DC ਦਫ਼ਤਰ ਕਰਦਾ ਸੀ ਉਹ ਤਹਿਸੀਲਦਾਰ ਦਫ਼ਤਰ ਕਰਨ ਲੱਗ ਪਿਆ। ਉੱਥੋਂ ਫਾਈਲ ਚੱਕੋ ਜੀ, ਫਿਰ ਤੁਸੀਂ DC ਦਫ਼ਤਰ ਆਓ, ਇੱਥੋਂ ਤੁਸੀਂ ਨੰਬਰ ਲਵਾਓ ਜੀ, ਤੁਸੀਂ ਟ੍ਰੇਨਿੰਗ ਦਾ 1500 ਰੁਪਈਆ ਜਮ੍ਹਾਂ, ਫਿਰ ਕਿਸੇ ਹੋਰ ਖੋਲ ਖਾਜੇ ਦੇ ਵਿੱਚ ਕਿੱਥੇ ਜਮ੍ਹਾਂ ਕਰਾਓ ਪੈਸੇ, ਉਹ ਪਤਾ ਨਹੀਂ ਕਿੱਥੇ ਹੋਣੇ ਆ। ਮਤਲਬ ਕਿ ਮੇਰੇ ਵਰਗੇ ਬੰਦੇ ਨੂੰ 5 ਵਾਰੀ ਇੱਕ ਕਮਰੇ ਜਾ ਕੇ ਖੱਜਲ ਖੁਆਰੀ ਹੋਣੀ ਪਈ ਹੈ। ਤੇ ਦੱਸੋ ਇਹ ਜਿਹੜੇ 1500 ਦੇ ਜੱਜਗੇ ਹੈ, ਇਹ ਕਿੱਧਰ ਜਾਂਦੇ ਨੇ? ਜਿਵੇਂ ਰੈੱਡ ਕਰਾਸ ਬਣਾ ਲਈ ਸੀ,
ਚੱਕੋ ਜੀ, ਜੇ ਰੈੱਡ ਕਰਾਸ ਦਾ ਵੀ ਇਹਦੇ ਵਿੱਚ 25000 ਰੁਪਇਆ ਫਾਈਲ, ਸੱਚ ਉਹ ਜਿਹਨੇ ਨਵੀਂ ਲੈਣੀ ਹੈ 25000 ਰੁਪਏ ਦੀ ਫਾਈਲ ਹੈ ਜੀ, ਦੱਸੋ। ਦੇਖੋ ਦਾਨੇਵਾਲੀਆ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ, ਤੁਸੀਂ 750 ਦੀ ਗੱਲ ਕੀਤੀ ਹੈ, ਪਰ ਮੈਂ ਉਹ ਤੋਂ ਬਹੁਤ ਪਿਛਾਂ ਜਾਣਾ। ਤੁਸੀਂ 750 ਚ ਰਿਨਿਊ ਕਰਾਉਂਦੇ ਰਹੇ ਹੋ, ਮੇਰੇ ਕੋਲ 1975 ਦਾ ਲਾਇਸੈਂਸ ਹੈ ਜੀ, ਤੇ ਮੇਰੇ ਵੇਲੇ ਪਹਿਲਾਂ ਹੁੰਦਾ ਸੀ 6 ਰੁਪਏ। ਅੱਛਾ ਜੀ। 3 ਸਾਲਾਂ ਦੇ 12 ਬੋਰ ਬੰਦੂਕ ਦੇ 6 ਰੁਪਏ ਜਿਹੜੇ ਸੀਗੇ ਉਹ ਫੀਸ ਸੀ, 2 ਰੁਪਏ ਸਾਲ ਦੇ। 2 ਰੁਪਏ ਜਿਹੜੇ ਹੈਗੇ ਉੱਤੇ ਖਰਚੇ ਪਾਣੀ ਲੱਗ ਜਾਂਦੇ, ਅਸੀਂ 8 ਰੁਪਏ ਦੇ ਵਿੱਚ ਮੈਂ ਕਰਾਉਂਦਾ ਰਿਹਾ ਜੀ। ਫਿਰ ਕਹਿੰਦੇ ਜੀ ਬਾਦਲ ਸਰਕਾਰ ਬਣ ਗਈ ਤੇ ਉਹ ਕਹਿੰਦੇ ਜੀ ਲੋਕਾਂ ਨੂੰ ਜਿਹੜੀ ਹੈ ਨਾ ਸੁਵਿਧਾ ਦੇਣੀ ਹੈ, ਸੁਵਿਧਾ ਦੇ ਨਾਂ ਦੇ ਉੱਤੇ ਖੋਲ੍ਹਤੇ ਫਿਰ ਜੀ ਦੁਵਿਧਾ ਕੇਂਦਰ। ਦੁਵਿਧਾ ਕੇਂਦਰ ਦੇ ਵਿੱਚ ਫਿਰ ਇਹ ਜਜੀਆ ਲੱਗਣਾ ਸ਼ੁਰੂ ਹੋ ਗਿਆ, ਜਿਹੜਾ ਤੁਸੀਂ 750 ਸੀ ਪਹਿਲਾਂ, ਤੇ ਹੁਣ 750 ਦੇ ਉੱਤੇ ਵੱਧ ਕੇ ਤੇ ਕਿੰਨਾ ਕੁਛ ਹੋ ਗਿਆ। ਪਹਿਲਾਂ ਜਦੋਂ ਮਰਜ਼ੀ ਹੈ ਤੁਸੀਂ ਡਾਊਨਲੋਡ ਨਹੀਂ ਕਰਨਾ, ਪਹਿਲਾਂ 3 ਰੁਪਈਆਂ ਦੀ ਤੁਹਾਨੂੰ ਮਿਲ ਜਾਂਦੀ ਸੀ ਫਾਈਲ ਜੀ, ਜਿਹੜੀ ਉਹ ਆਪਾਂ ਭਰਦੇ ਹੁੰਦੇ। ਹਾਂ, 30 ਰੁਪਈਆਂ ਦੀ 30 ਰੁਪਈਆਂ ਦਾ ਹੋ ਗਿਆ ਹੁਣ। ਨਹੀਂ, ਉਹ 30 ਰੁਪਈਆਂ ਦਾ ਤਾਂ ਹੋ ਗਿਆ ਨਾ ਰਿਨਿਊ ਵਾਲਾ। ਹਾਂ, ਜੇ ਨਵਾਂ ਲਾਇਸੈਂਸ ਬਣਾਉਣਾ, ਤਾਂ 25,000 ਤੇ ਹੁਣ 25,000 ਦਾ ਦਿੰਦੇ ਆ, ਜਿਹੜਾ ਉਹ ਰੈੱਡ ਕਰਾਸ ਵਾਲਾ ਜਜ ਗਏ, ਉਹਦਾ ਕੋਈ ਹਿਸਾਬ ਨਹੀਂ ਕਿਤਾਬ ਨਹੀਂ, ਲੈਣੀ ਦੇਣੀ। ਆ ਜਿਹੜੀ ਹੈਗੇ ਤੁਹਾਡੇ ਸੁਵਿਧਾ ਸੈਂਟਰ ਬਣਾਏ ਹੋਏ ਹੈ, ਸੁਵਿਧਾ ਸੈਂਟਰ ਵੀ ਇੱਕ ਸੁਸਾਇਟੀ ਵੱਲੋਂ ਬਣਾਏ ਹੋਏ। ਇਹਦਾ ਵੀ ਦੱਸੋ ਵੀ ਇਹ ਇੰਨੇ ਪੈਸੇ ਲਈ ਜਾਂਦੇ, ਇਹਦਾ ਕੌਣ ਵਾਲੀਦਾਰ? ਕਿੰਨਾ ਪੈਸਾ, ਕਿੰਨਾ ਜਿਹੜਾ ਗੁੰਡਾ ਟੈਕਸ ਇਕੱਠਾ ਹੁੰਦਾ, ਇਹਦਾ ਕੋਈ ਪਤਾ ਹੀ ਨਹੀਂ, ਕੋਈ ਪਤਾ ਨਹੀਂ। ਫਿਰ ਤੁਸੀਂ ਦੇਖੋ ਅੱਗੇ ਕੀ ਹੋਇਆ, ਜੇ ਤੁਸੀਂ ਰਿਨਿਊ ਕਰਾਉਣ ਵਾਸਤੇ ਜਾਓਗੇ, ਤੁਹਾਡੇ ਜੇ ਜਾਊ ਫਿਰ ਥੋੜੀ ਜਾਊਗੀ ਥਾਣੇ, ਫਿਰ ਉਹ ਪੈਸੇ ਅੱਡ ਲੈਣੇ, ਤੁਹਾਨੂੰ ਉਹ ਕਹਿਣਗੇ ਸੁਵਿਧਾ ਸੈਂਟਰ, ਤੁਹਾਨੂੰ ਅਸੀਂ ਸੁਵਿਧਾ ਦਿੰਦੇ ਆ, ਉੱਥੇ ਪੁਲਿਸ ਵਾਲੀਆਂ ਉੱਥੇ ਫਿਰ ਸੁਵਿਧਾ ਦਿੰਦੇ, ਉੱਥੇ ਫਿਰ ਤੁਹਾਨੂੰ ਜਿਹੜਾ 100-200 ਰੁਪਇਆ ਤੁਹਾਨੂੰ ਉੱਥੇ ਫਿਰ ਲਾਉਣਾ ਪੈਣਾ। ਇਹ ਸਾਰੇ ਦਾ ਸਾਰਾ ਕਰਕੇ ਤੇ ਫਿਰ ਜਿਹੜਾ ਹੈਗਾ ਜੀ ਅੱਗੇ ਲਾਤਾ ਗੁੰਡਾ ਟੈਕਸ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ ਸ਼ਰਾਬ ਨਾ ਪੀਂਦਾ ਹੋਵੇ ਕੋਈ ਬੰਦਾ, ਵੀ ਨਾ ਜੀ ਆਪਣੇ ਤਾਂ ਕੋਈ ਬਿਲਕੁਲ ਨੇੜੇ ਤੇੜੇ ਨਹੀਂ ਪੀਂਦਾ, ਨਾ ਮੰਤਰੀ ਮੰਡਲ ਚੋਂ ਪੀਂਦਾ ਸੀ, ਨਾ ਵਿਧਾਨ ਮੰਡਲੀ ਚੋਂ ਪੀਂਦਾ ਸੀ, ਸਾਰਿਆਂ ਕੋਲੇ ਅਸਲਾ ਹੈ ਜੀ। ਫਿਰ ਕਹਿੰਦੇ ਜੀ ਇਹਨਾਂ ਦਾ ਚਲੋ ਡੋਪ ਟੈਸਟ ਕਰਵਾ ਲਓ, ਉਹ ਡੋਪ ਟੈਸਟ ਵਾਲੀ ਗੱਲ ਹੋ ਗਈ। 1500 ਰੁਪਏ ਦਾ ਹੋ ਗਿਆ ਗੁੰਡਾ ਟੈਕਸ। ਨਵਾਂ ਹੁਣ ਆ ਲਾਤਾ, ਉਹ ਕਹਿੰਦੇ ਜੇ ਮੁੱਖ ਮੰਤਰੀ ਨੇ ਜੇ ਗੁੰਡਾ ਟੈਕਸ ਲਾਤਾ ਤਾਂ ਫਿਰ ਜਿਹੜੇ ਅਹਿਲਕਾਰ ਕਿਉਂ ਪਛਾਣ ਰਹੇ, ਉਹ ਕਹਿਣ ਕਿਉਂ ਅਸੀਂ ਲਾਈਏ। ਬਠਿੰਡੇ ਦੇ ਵਿੱਚ ਕੁਝ ਅਫਸਰ ਇਕੱਠੇ ਹੋ ਗਏ ਜੀ, ਨਾਲ ਸਾਡੇ ਸਾਬਕਾ ਵਿੱਤ ਮੰਤਰੀ ਖਾਲੀ ਖਜ਼ਾਨਾ ਮੰਤਰੀ ਸਾਹਿਬ ਰਲ ਗਏ ਜੀ, ਤੇ ਉਹਨਾਂ ਨੇ ਜੀ ਇੱਥੇ ਬਣਾਤੀ, ਕਹਿੰਦੇ ਜੀ ਇਹ ਉਜਾੜ ਜੇ ਚ ਬਣਾਤੀ ਸ਼ੂਟਿੰਗ ਰੇਂਜ ਰਾਈਫਲ, ਤੇ ਉੱਥੇ ਇੱਕ ਸਾਬਕਾ ਫੌਜੀ ਰੱਖ ਲਿਆ। ਚਲੋ ਤੁਸੀਂ ਤਾਂ ਬੜਾ ਕੁਝ ਦੱਸਤਾ ਵੀ ਮੈਂ ਤਾਂ ਆ ਵੀ ਕੀਤਾ, ਆ ਵੀ ਕੀਤਾ, ਆ ਵੀ ਕੀਤਾ। ਇਹ ਤੁਹਾਨੂੰ ਨਹੀਂ ਇਕੱਲਿਆਂ ਨੂੰ ਲਾਇਆ ਗੁੰਡਾ ਟੈਕਸ। ਅੱਛਾ ਜੀ। ਇਹ ਗੁੰਡਾ ਟੈਕਸ ਪੁਲਿਸ ਵਾਲਿਆਂ ਨੂੰ ਵੀ ਲਾਤਾ। ਅੱਛਾ ਜੀ। ਪੁਲਿਸ ਵਾਲੇ ਬੰਦੇ ਜਿਹੜੇ ਰਿਟਾਇਰ ਹੋਏ ਆ ਤੇ ਜਿਹੜੇ ਪ੍ਰੈਜ਼ੈਂਟ ਹੈ, ਉਹਨਾਂ ਨੂੰ ਕਹਿੰਦੇ ਜੀ ਤੁਸੀਂ ਜਦੋਂ ਆਓਗੇ ਨਾ ਤੇ ਤੁਹਾਨੂੰ ਵੀ ਟ੍ਰੇਨਿੰਗ ਲੈਣੀ ਪੈਣੀ। ਸਰਦਾਰ ਰਣਜੀਤ ਸਿੰਘ ਤੂਰ, ਜਿਹੜੀ ਇਹਨਾਂ ਦੀ ਪੈਨਸ਼ਨਰ ਏਜੰਸੀ ਪੁਲਿਸ ਵੈਲਫੇਅਰ ਐਸੋਸੀਏਸ਼ਨ ਹੈ ਰਿਟਾਇਰਡ ਮੁਲਾਜ਼ਮਾਂ ਦੀ, ਉਹਦੇ ਜ਼ਿਲ੍ਹਾ ਪ੍ਰਧਾਨ ਹੈ। ਉਹਨਾਂ ਦੇ ਕੋਲੇ ਜਦੋਂ ਆਈ, ਸਾਰੇ ਪੁਲਿਸ ਵਾਲੇ ਆ ਕੇ ਰੋਣ ਪਿੱਟਣ ਲੱਗੇ ਵੀ ਪ੍ਰਧਾਨ ਜੀ ਗੱਲ ਕਰੀਏ ਕੀ ਜੀ। ਉਹ ਕਹਿੰਦੇ ਜੀ ਚਲੋ ਮੈਂ ਜਾਣਾ। ਇੱਥੇ ਡਾਕਟਰ ਨਾਨਕ ਸਿੰਘ SSP ਲੱਗੇ ਹੁੰਦੇ ਸੀ ਜੀ, ਉਹ ਚਲੇ ਗਏ ਡਾਕਟਰ ਨਾਨਕ ਸਿੰਘ ਕੋਲੇ ਵੀ ਤੁਸੀਂ ਸਾਡੇ SSP ਹੋ। SSP ਸਾਹਿਬ ਵੀ ਸਾਨੂੰ ਜਿਹੜੇ ਅਸੀਂ ਪੁਲਿਸ ਦੇ ਵਿੱਚ ਭਰਤੀ ਹੋਏ ਵੇ ਆ, ਅਸੀਂ ਸਿਪਾਹੀ ਭਰਤੀ ਹੁੰਦੇ ਆ ਆਮ ਤੌਰ ਤੇ, ਜ਼ਿਆਦਾਤਰ ਪੁਲਿਸ ਵਾਲੇ ਸਿਪਾਹੀ ਭਰਤੀ ਹੋ ਕੇ 9 ਮਹੀਨੇ ਦੀ ਟ੍ਰੇਨਿੰਗ ਹੈ। ਉੱਥੇ ਹਰ ਕਿਸਮ ਦਾ ਅਸਲਾ ਚਲਾਉਣਾ ਸਿਖਾਇਆ ਜਾਂਦਾ ਹੈ ਜੀ। ਉਹ ਤੋਂ ਬਾਅਦ ਫਿਰ ਇੱਕ ਰਿਫਰੈਸ਼ਰ ਕੋਰਸ ਹੁੰਦਾ ਇਹਨਾਂ ਦਾ, ਆ ਇੱਧਰ ਆਪਣੇ ਕੀ ਆ ਕਿਹੜਾ ਬੱਟ ਬਣਾਇਆ ਵਾ ਇੱਧਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਉਸ ਬੱਟ ਦੇ ਉੱਤੇ ਲਿਜਾ ਕੇ ਉੱਥੇ ਫਾਇਰ ਕਰਾਉਂਦੇ ਆ ਫਿਰੋਜ਼ਪੁਰ ਰੇਂਜ ਚ। ਹਾਂਜੀ, ਫਿਰੋਜ਼ਪੁਰ ਰੇਂਜ ਚ ਕਰਾਉਂਦੇ ਆ। ਫਿਰ ਪੁਲਿਸ ਲਾਈਨ ਦੇ ਵਿੱਚ ਵੀ ਇਹਨਾਂ ਦਾ ਬੱਟ ਬਣਾਇਆ ਹੋਇਆ, ਉੱਥੇ ਵੀ ਰਿਟਾਇਰਮੈਂਟ ਹੁੰਦੀ ਹੈ। ਮੇਰੇ ਯਾਦ ਆ ਫਿਰ ਉਦੋਂ ਸਰਦਾਰ ਰਣਜੀਤ ਸਿੰਘ ਤੂਰ ਨੇ ਆਰਗੂ ਕੀਤਾ SSP ਨਾਲ ਜੀ। ਉਹ ਕਹਿੰਦਾ ਜੀ ਜਿਹੜਾ ਉਹ ਸਾਬਕਾ ਫੌਜੀ ਬਿਠਾਇਆ ਵਾ, ਉਹ ਸਾਬਕਾ ਫੌਜੀ ਜਿਹੜਾ ਹੈਗਾ ਉਹਦੇ ਨਾਲੋਂ ਤਾਂ ਅਸੀਂ ਵੀ ਜਾਣਦੇ ਹਾਂ, ਤੇ ਉਹ ਕੀ ਕਰੂ? ਉਹ ਕਹਿੰਦੇ ਮੈਂ ਨਹੀਂ ਕੁਛ ਕਰ ਸਕਦਾ, DC ਨਾਲ ਗੱਲ ਕਰੋ। DC ਕੋਲ ਚਲੇ ਗਏ, DC ਨੂੰ ਜਾ ਕੇ ਕਹਿੰਦੇ ਜੀ ਆ ਤੁਹਾਡਾ ਗਨਮੈਨ ਖੜਾ ਹੈ, ਤੇ ਇਹ ਗਨਮੈਨ ਨੇ ਟ੍ਰੇਨਿੰਗ ਕੀਤੀ, ਉਹਦਾ ਵੀ ਨਹੀਂ ਕੀਤੀ। ਉਹ ਕਹਿੰਦੇ ਫਿਰ ਤਾਂ DC ਸਾਹਿਬ ਬਹੁਤ ਵੱਡੀ ਮਾੜੀ ਗੱਲ ਹੈ, ਡਿਸਟ੍ਰਿਕਟ ਮੈਜਿਸਟ੍ਰੇਟ ਹੋ, ਤੁਹਾਨੂੰ ਜਿਹੜਾ ਬੰਦਾ ਪ੍ਰੋਟੈਕਟ ਕਰ ਰਿਹਾ ਹੈ ਇਹਨੇ ਟ੍ਰੇਨਿੰਗ ਨਹੀਂ ਕੀਤੀ, ਇਹ ਤਾਂ ਫੌਜੀ ਤੋਂ ਟ੍ਰੇਨਿੰਗ ਨਹੀਂ ਲੈ ਕੇ ਆਇਆ। ਜਦੋਂ ਇਹ ਰਿਟਾਇਰ ਹੋ ਗਏ, ਇਹਦੇ ਲਈ ਫੌਜੀ ਤੋਂ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਕਿੱਥੋਂ ਐਡੀ ਜਗ੍ਹਾ 13ਵੀਂ ਕਿਵੇਂ ਹੋ ਗਈ? ਜੇ ਇਹ ਬੰਦਾ ਇੱਕ ਅਨਟ੍ਰੇਨਡ ਬੰਦਾ ਤੁਹਾਡੇ ਨਾਲ ਲੱਗਿਆ ਹੋਇਆ ਤੇ ਕੱਲ ਨੂੰ ਤੁਹਾਨੂੰ ਕਿਵੇਂ ਬਚਾਊਗਾ, ਤਾਂ ਫਿਰ ਪ੍ਰੋਬਲਮ ਖੜੀ ਹੋ ਜਾਣੀ ਹੈ। ਉਹ ਕਹਿੰਦਾ ਸ਼੍ਰੀਮਾਨ ਜੀ DC ਸਾਹਿਬ, ਮੈਨੂੰ ਇਹ ਦੱਸੋ ਕਿ ਅਸੀਂ ਲੋਕ ਪੰਜਾਬ ਦੇ ਵਿੱਚੋਂ ਜਿਹੜਾ ਟੈਰਰਿਜ਼ਮ ਖਤਮ ਹੋਇਆ ਹੈ, ਇਹ ਭਾਰਤ ਸਰਕਾਰ ਕਹਿੰਦੀ ਹੈ, ਪੰਜਾਬ ਸਰਕਾਰ ਕਹਿੰਦੀ ਪੰਜਾਬ ਪੁਲਿਸ ਬੜੀ ਤਕੜੀ ਹੈ। ਜਿਹੜਾ ਕੰਮ ਫੌਜ ਤੋਂ ਨਹੀਂ ਹੋਇਆ ਜੀ, ਉਹ ਪੰਜਾਬ ਪੁਲਿਸ ਨੇ ਖਤਮ ਕਰਤਾ। ਕਹਿੰਦੇ ਵੀ ਅਸੀਂ ਤਾਂ ਮਸ਼ੀਨ ਗਨਾਂ ਹੈਂਡਲ ਕੀਤੀਆਂ। ਜਿਨ੍ਹਾਂ ਬੰਦਿਆਂ ਨੇ ਮਸ਼ੀਨ ਗਨਾਂ ਹੈਂਡਲ ਕੀਤੀਆਂ ਵੀ ਹੈ, ਉਹ ਇੱਕ ਫੌਜੀ ਕੋਲੇ ਜਾਣ। ਹੁਣ ਦਾਨੇਵਾਲੀਆ ਸਾਹਿਬ ਅਗਲੀ ਗੱਲ ਕਰ ਲਓ, ਪਾ ਲਓ RTI, ਚਲ ਆਪਾਂ ਦੱਸ ਹੀ ਦਿੰਦੇ ਹਾਂ, ਮੇਰਾ ਖਿਆਲ ਚਲੋ ਇੰਨਾ ਕੁ ਪ੍ਰਬੰਧ ਤਾਂ ਕਰ ਲੈਣਗੇ। ਜਿਹੜੀ ਉਹ ਰਾਈਫਲ ਐਸੋਸੀਏਸ਼ਨ ਹੈ, ਉਹਦਾ
ਉਸ ਰਾਈਫਲ ਐਸੋਸੀਏਸ਼ਨ ਦਾ, ਜਿਹੜੀ ਆਲ ਇੰਡੀਆ ਰਾਈਫਲ ਐਸੋਸੀਏਸ਼ਨ ਨਾ ਕੋਈ ਲੱਲਾ ਖੱਖਾ ਹੀ ਉਹਦੇ ਨਹੀਂ। ਨਾਲ ਉਹਦਾ ਕੋਈ ਲਾਗਾ ਦੇ ਗਈ ਹੈ ਨਹੀਂ। ਹਾਂ, ਹਾਂ। ਇੱਕ ਦੂਜੀ ਗੱਲ, ਜਿਹੜੇ ਉੱਥੇ ਫੌਜੀ ਸਾਹਿਬ ਟ੍ਰੇਨਿੰਗ ਦਿੰਦੇ ਹੈ, ਉਹ ਟ੍ਰੇਨਿੰਗ ਦਿੰਦੇ ਕਿ ਇਕੱਲਾ ਸਰਟੀਫਿਕੇਟ ਹੀ ਦੇ ਦਿੰਦੇ? ਇਹ ਵੀ ਵੇਖਣ ਵਾਲੀ ਗੱਲ ਹੈ। ਜੇ ਉਸ ਟ੍ਰੇਨਿੰਗ ਦਿੰਦੇ ਆ ਤੇ ਹੁਣ ਤੱਕ ਕਿੰਨੇ ਕਾਰਤੂਸ ਚੱਲ ਗਏ? ਇਹ ਵੀ ਦੱਸੋ। ਉਹ ਕਾਰਤੂਸ ਕਿੱਥੋਂ ਖਰੀਦੇ ਹੈ? ਹਾਂ ਕਿਹੜੇ ਲਾਇਸੈਂਸ ਤੇ ਖਰੀਦੇ? ਹਾਂ ਕਿਉਂਕਿ ਉਹ ਅਨਧਿਕਾਰਤ ਰਾਈਫਲ ਐਸੋਸੀਏਸ਼ਨ ਹੈ, ਉਹਦਾ ਰਾਈਫਲ ਐਸੋਸੀਏਸ਼ਨ ਤਲਕ ਕੋਈ ਨਹੀਂ। ਉਹਦੇ ਕੋਲੇ ਆਪਦਾ ਲਾਇਸੈਂਸ ਹੋ, ਉਹ ਸਾਰਾ ਕੁਝ ਕਿੱਥੋਂ ਹੈ? ਕੀ ਹੈ? ਸਰਦਾਰ ਭਗਵੰਤ ਸਿੰਘ ਮਾਨ ਜੀ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਲੋਕਾਂ ਨੂੰ ਰੁਜ਼ਗਾਰ ਦੇਣਾ ਹੈ। ਤੁਸੀਂ ਕੈਸੇ ਸੀ ਲੁੱਟ ਸੁੱਟ ਖਤਮ ਕਰਾਂਗੇ। ਲੁਟੇਰੇ ਤਾਂ ਜਦੋਂ ਚਲੋ ਆਉਣਗੇ ਤਾਂ ਉਹ ਤਾਂ ਭਾਈ ਜ਼ਬਰਦਸਤੀ ਕਰਨਗੇ, ਵੇਲੇ ਇੱਕ ਵੇਲੇ ਸਾਨੂੰ ਆ ਕੇ ਲੁੱਟਣਗੇ, ਫਿਰ ਅਸੀਂ ਥਾਣੇ ਜਾਵਾਂਗੇ, ਥਾਣੇ ਵਾਲੇ ਕਰਨਗੇ। ਸਾਨੂੰ ਤਾਂ ਹੁਣ ਦਿਨੇ ਲੁੱਟਿਆ ਜਾ ਰਿਹਾ ਹੈ, ਦਿਨ ਦਿਹਾੜੇ ਲੁੱਟਿਆ ਜਾ ਰਿਹਾ, ਸਰਕਾਰੀ ਲੁੱਟ ਜਿਹਨੂੰ ਮਾਨਤਾ ਦਿੱਤੀ ਹੋਈ ਹੈ। ਕਿਰਪਾ ਕਰਕੇ ਇਸ ਲੁੱਟ ਵੱਲ ਨਿਗਾਹ ਮਾਰੋ। ਤੁਸੀਂ ਕਹਿੰਦੇ ਹੋ ਜੀ 7 ਦਿਨ ਤੁਹਾਨੂੰ ਸੁਵਿਧਾ ਦੇਵਾਂਗੇ, ਇਹ ਬੰਦ ਕਰਾ ਦਿਓ। ਸਾਨੂੰ ਸੁਵਿਧਾ ਦੀ ਕੋਈ ਲੋੜ ਨਹੀਂ, ਤਾਂ ਲੁਟੇਰਾ ਕੰਮ ਹੈ। ਉਹ ਸੁਵਿਧਾ ਵਾਲੇ ਪੈਸੇ ਜਾਂਦੇ ਕਿੱਥੇ ਦਾ ਹਿਸਾਬ ਕਿਤਾਬ ਕਰ ਲਓ। ਆ ਜਿਹੜੀ ਰਾਈਫਲ ਐਸੋਸੀਏਸ਼ਨ ਵਾਲੀ ਇੱਥੇ ਖੋਲੀ, ਇਹ ਕਾਦੀ ਖੁੱਤੀ ਹੈ? ਇਹ ਤੋਂ ਪਹਿਲਾਂ ਤੁਹਾਡੀ ਯਾਦ ਹੋਣਾ, ਇੱਕ ਵਾਰੀ ਰੈੱਡ ਕਰਾਸ ਦਾ ਰੌਲਾ ਪਿਆ ਸੀ। ਬਿਲਕੁਲ। ਰੈੱਡ ਕਰਾਸ ਦੀ ਜਦੋਂ ਪੜਤਾਲ ਹੋਈ ਤੇ ਉਦੋਂ ਪਤਾ ਕੀ ਲੱਗਿਆ ਸੀ, ਉਹਦੇ ਚ ਕੀ ਕੁਝ ਨਿਕਲਿਆ ਸੀ। ਉਦੋਂ ਡੀਸੀਆਂ ਨੂੰ ਹਟਾਤਾ ਵੀ ਤੁਸੀਂ ਖਰਚਾ ਨਹੀਂ ਕਰ ਸਕਦੇ। ਆਲ ਇੰਡੀਆ ਰੈੱਡ ਕਰਾਸ ਨੇ ਡੀਸੀਆਂ ਦੇ ਬੱਚਿਆਂ ਦੇ ਡਾਈਪਰ ਹੈ ਜਿਹੜੇ, ਉਹ ਵੀ ਰੈੱਡ ਕਰਾਸ ਤੋਂ ਰੈੱਡ ਕਰਾਸ ਦੇ ਵਿੱਚੋਂ ਆਉਂਦੇ ਹੁੰਦੇ ਸੀ। ਇਹ ਸਾਰਾ ਕੁਝ ਉਦੋਂ ਬੰਦ ਕਰਤਾ ਸੀ, ਹੁਣ ਉਹ ਬੰਦ ਕਰਤਾ ਰੈੱਡ ਕਰਾਸ। ਨਵਾਂ ਖੋਲਿਆ ਸੁਵਿਧਾ ਸੈਂਟਰ ਤੇ, ਨਵਾਂ ਖੋਲਿਆ। ਇਹ ਸੁਵਿਧਾ ਸੈਂਟਰ ਆ ਜਿਹੜਾ ਹੈਗਾ, ਪਤਾ ਨਹੀਂ ਪੰਜਾਬ ਕੰਗਾਲੀ ਨਾਲ ਘੁਲ ਰਿਹਾ। ਤੇ ਸਮਝ ਲਓ ਜਿਹੜੇ ਡੀਸੀਆਂ ਦੇ ਕੀ ਕਹਿੰਦੇ ਆ ਕਾਨਫਰੰਸ ਹਾਲ ਆ, ਤੇ ਦੇਖੋ ਕਿਵੇਂ ਬਣੇ ਆ। ਨਾ ਉਹ ਹਰ ਮਤਲਬ ਜਿਹੜਾ 2 ਸਾਲ ਬਾਅਦ ਪੱਟ ਲੈਂਦੇ ਉਹਨੂੰ। ਉਹ ਮੈਨੂੰ ਨਾ ਰੈਨੋਵੇਟ ਕਰਦੇ। ਉਹ ਮੈਨੂੰ ਯਾਦ ਕਰਾਤੀ ਗੱਲ 2 ਸਾਲ ਵਾਲੀ। ਤੁਸੀਂ ਲੁਧਿਆਣੇ ਨਾ ਆਪਣੇ ਸਰਾਭਾ ਨਗਰ ਮਾਰਕੀਟ ਹੈ, ਉੱਥੇ ਇੱਕ ਰੈਸਟੋਰੈਂਟ ਹੁੰਦਾ ਜੀ। ਉਹ 2 ਸਾਲਾਂ ਬਾਅਦ ਉਹਦੇ ਅੱਗ ਲੱਗ ਜਾਂਦੀ ਸੀ। ਢਿੱਲੋਂ ਸਾਹਿਬ, ਅੱਗ ਲੱਗ ਜਾਂਦੀ, ਬੀਮਾ ਕੰਪਨੀ ਬੀਮਾ ਦੇ ਦਿੰਦੀ, ਉਹ ਨਵਾਂ ਬਣਾ ਲੈਂਦਾ। ਹਰ ਉਹਦੀ ਵਜ੍ਹਾ ਸੀਗਾ ਵੀ 2 ਸਾਲਾਂ ਬਾਅਦ ਅਸੀਂ ਕਹਿਣ ਲੱਗ ਪਏ ਸੀ ਹੁਣ ਅੱਗ ਲੱਗਣ ਦੇ ਦਿਨ ਆ ਗਏ। ਤੇ ਫਿਰ ਤੁਹਾਡੇ ਵਰਗੇ ਕਿਸੇ ਨੇ ਫਿਰ ਜੋ ਖਬਰ ਲਾਤੀ ਵੀ ਇਹਨਾਂ ਦਿਨਾਂ 'ਚ ਇਹਦੇ ਅੱਗ ਕਿਉਂ ਲੱਗਦੀ ਹੈ, ਫਿਰ ਜਾ ਕੇ ਉਹਦੀ ਪੜਤਾਲ ਹੋਈ ਤੇ ਇੰਸ਼ੋਰੈਂਸ ਕੰਪਨੀ ਉਹਨਾਂ ਦਾ ਕੰਮ ਬੰਦ ਕੀਤਾ। ਬਿਲਕੁਲ। ਸੋ ਕੰਮ ਗੱਲ ਇਹੀ ਹੈ ਵੀ ਇੰਸ਼ੋਰੈਂਸ ਕੰਪਨੀਆਂ ਵੀ ਉਦੋਂ ਪੈਸੇ ਕਹਿੰਦੀਆਂ ਵੀ ਲਾ ਲਾ ਅੱਗ, ਪੱਲੇ ਖੁੱਲੇ ਸੀਗੇ। ਇਵੇਂ ਇੱਥੇ ਕੰਮ ਆ ਵੀ ਪੱਟ ਲਓ। ਜੀ है जी। हमने इसको धेड़ा, हमने इसको ठोका, हमने की लगाया, हमने की लपाटा, बस ਇਸ ਕੰਮ 'ਚ ਹੀ ਰਹਿ ਗਏ ਜੀ। ਬਿਲਕੁਲ। ਤੇ ਉਧਰ ਤੁਸੀਂ ਆਪਾਂ ਇਹਦੀ ਗੱਲ ਕਰੀ ਜਾਂਦੇ ਤੇ ਰਹਿੰਦੀ ਖੁੰਦੀ ਗੱਲ ਤੁਸੀਂ ਰੇਹੜੀਆਂ ਤਾਂ ਬੰਦ ਕਰਾਤੀਆਂ ਸੀ ਤੇ ਕ੍ਰੈਸ਼ਰ ਵੀ ਬੰਦ ਕਰਾਏ ਆ ਕਹਿੰਦੇ। ਬਿਲਕੁਲ। ਦਨਿਆਲੀਆ ਸਾਹਿਬ ਜਿਹੜੀਆਂ ਖਬਰਾਂ ਆਪਣੇ ਕੋਲ ਹੈ, ਜੇਲ੍ਹ ਜਿਹੜੇ ਸਾਡੇ ਹਰਜੋਤ ਸਿੰਘ ਬੈਂਸ ਹੈ ਜੀ, ਉਹ ਖਾਨਨ ਤੇ ਭੂ ਵਿਗਿਆਨ ਮੰਤਰੀ ਹੈ ਜੀ। ਉਹਨਾਂ ਦੇ ਹੁਕਮ ਤੇ ਖੇੜਾ ਕਲਮੋਟ ਦੇ ਜਿਹੜੇ ਸਾਰੇ ਪਹਾੜੀ ਖਿੱਤੇ ਦੇ ਸਟੋਨ ਕ੍ਰਸ਼ਰ ਹੈ ਜੀ, ਉਹਨਾਂ ਨੂੰ ਸੀਲ ਕਰਤਾ ਸੀ। ਸੀਲ ਕਰਨ ਦੇ ਬਾਵਜੂਦ ਜੀ ਸੂਆ ਨਦੀ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਕਹਿੰਦੇ ਜਾਰੀ ਹੈ। ਅੱਛਾ ਜੀ। ਐਲਗਰਾ, ਸਵਾੜਾ, ਸੈਂਸੋਵਾਲ ਜੀ, ਪਲਾਟਾ, ਖੇੜਾ ਕਲਮੋਟ ਜੀ, ਸੈਦਪੁਰ ਜੀ, ਬੇਈਹਾਰਾ ਥਾਣਾ ਤੇ ਸੂਆ ਨਦੀ ਦੇ ਕੰਢੇ ਜਿਹੜੇ ਹੈਗੇ ਲੱਗੇ ਹੋਰ ਦਰਜਨਾ ਸਟੋਨ ਕ੍ਰਸ਼ਰ ਹੈ ਜਿਹੜੇ, ਉਹ ਕਹਿੰਦੇ ਬਿਨਾਂ ਰੋਕ ਟੋਕ ਤੋਂ ਚੱਲ ਰਹੇ। ਅੱਛਾ ਜੀ। ਔਰ ਇਹਦਾ ਪਤਾ ਕਦੋਂ ਲੱਗਿਆ? ਲੋਕਾਂ ਦਾ ਤਾਂ ਸੀ ਕਹਿੰਦੇ ਜੀ ਹੁਣ ਇੱਕ ਮਾਈਨਿੰਗ ਇੰਸਪੈਕਟਰ ਕਮ ਜੂਨੀਅਰ ਇੰਜੀਨੀਅਰ ਹੈ ਜਲ ਨਿਕਾਸ ਉਪ ਮੰਡਲ ਨੰਗਲ ਦੇ ਰੋਹਤ ਕੁਮਾਰ। ਅੱਛਾ ਜੀ। ਉਹਨਾਂ ਨੇ ਆ ਕੇ ਦੱਸਿਆ ਜੀ, ਕਹਿੰਦੇ ਉੱਚ ਅਧਿਕਾਰੀਆਂ ਤੋਂ ਇੱਕ ਵੀਡੀਓ ਹਾਸਲ ਹੋਈ ਹੈ ਤੇ ਨਾਲ ਕੁਝ ਤਸਵੀਰਾਂ ਮਿਲ ਗਏ। ਉਹਨਾਂ ਦੇ ਮੁਤਾਬਕ ਕਹਿੰਦੇ ਜੀ ਉਪ ਮੰਡਲ ਅਫਸਰ ਤੇ ਚੌਕੀ ਕਲਮਾਂ ਦੀ ਪੁਲਿਸ ਨੂੰ ਨਾਲ ਲੈ ਕੇ ਮਾਈਨਿੰਗ ਵਾਲੀ ਥਾਂ ਦੀ ਕਹਿੰਦੇ ਜੀ ਅਸੀਂ ਪਮਾਇਸ਼ ਕੀਤੀ ਹੈ। ਅੱਛਾ ਜੀ। ਉਹਦੇ ਵਿੱਚੋਂ ਕਹਿੰਦੇ ਜੀ 24,29,050 ECFT ਜੀ ਪਾਈ ਗਈ ਹੈ। ਅੱਛਾ ਜੀ। ਕਹਿੰਦੇ ਵੀ ਇਹ ਸਿੱਧੀ ਵਿਨਾਇਕ ਕ੍ਰਸ਼ਰ ਤੇ ਪਿੰਡਰ ਸਟੋਨ ਕ੍ਰਸ਼ਰਾਂ ਦੇ ਵਿਚਾਲੇ ਪੈਂਦੀ ਜ਼ਮੀਨ ਹੈ ਨਾ ਜਿਹੜੀ, ਉਹਦੇ ਚੋਂ ਗੈਰ ਕਾਨੂੰਨੀ ਖੁਦਾਈ ਹੋ ਰਹੀ ਹੈ ਜੀ। ਇੱਕ ਤਾਂ ਕਹਿੰਦੇ ਇੱਥੇ ਹੋ ਰਹੀ ਹੈ, ਇੱਕ ਜਿਹੜੇ ਮੈਂ ਤੁਹਾਨੂੰ ਪਿੰਡ ਦੱਸੇ ਹੈ ਤੇ ਇਹਨਾਂ ਪਿੰਡਾਂ ਦੇ ਨਾਲ ਨਾਲ ਜਿਹੜੀ ਸੂਆ ਨਦੀ ਹੈ, ਉਹ ਸੂਆ ਨਦੀ ਦੇ ਉੱਤੇ ਜਿਹੜੇ 2 ਕ੍ਰਸ਼ਰ ਲੱਗੇ, ਉਹਨਾਂ ਦੇ ਵਿਚਕਾਰ ਜਿਹੜੀ ਪੈਂਦੀ ਜਗ੍ਹਾ ਹੈ, ਅੱਛਾ ਜੀ, ਉੱਥੇ ਵੀ ਕੰਮ ਚੱਲੀ ਜਾਂਦੀ ਹੈ। ਇਹ ਮਾਈਨਿੰਗ ਹੋਈ ਜਾਂਦੀ ਤੇ ਇਹਨਾਂ ਨੇ ਜੀ ਕੇਸ ਰਜਿਸਟਰ ਕਰਾਤਾ। ਲਓ ਜੀ, ਕੇਸ ਜਦੋਂ ਰਜਿਸਟਰ ਕਰਵਾਤਾ ਜੀ, ਇਹਦਾ ਮਤਲਬ ਹੈ ਫਿਰ ਜਿਹੜੇ ਤੁਸੀਂ ਕੁਝ ਕ੍ਰਸ਼ਰ ਜਿਹੜੇ ਹੈਗੇ ਆ ਉਹ ਸੀਲ ਕਰਵਾਤੇ, ਕੰਮ ਤਾਂ ਚੱਲੀ ਜਾਂਦਾ। ਕੰਮ ਚੱਲੀ ਜਾਂਦਾ, ਖੜਕਾ ਧੜਕਾ। ਕੇਸ ਰਜਿਸਟਰ ਹੋ ਗਿਆ ਤਾਂ ਸਰਕਾਰੀ ਪੁਸ਼ਟੀ। ਜਿਵੇਂ ਕੀ ਕਹਿੰਦੇ ਆ ਕਰੋਨਾ ਦੇ ਵਿੱਚ ਅੱਗੋਂ ਤਾਂ ਠੇਕੇ ਬੰਦ ਸੀ, ਪਿੱਛੋਂ ਚੱਲੀ ਜਾਂਦੇ ਸੀ। ਹਾਂਜੀ। ਹਾਂ। ਉਹ ਕਹਿੰਦੇ ਵੀ ਹੁਣ ਅਸੀਂ ਕਹਿੰਦੇ ਜਿਹੜੇ ਮੁਕੱਦਮਾ ਦਰਜ ਹੋਇਆ ਹੈ ਇਹਦੇ ਵਾਸਤੇ ਕਹਿੰਦੇ ਮੁਕੱਦਮਾ ਕਿਹਦੇ ਅਣਪਛਾਤੇ ਬੰਦਿਆਂ ਦੇ ਖਿਲਾਫ। ਅੱਛਾ ਜੀ। ਕਹਿੰਦੇ ਵੀ ਜਿਹੜੇ ਖਸਰਾ ਨੰਬਰ ਹੈ ਜਿੱਥੇ ਇਹ ਨਜਾਇਜ਼ ਮਾਈਨਿੰਗ ਹੁੰਦੀ ਹੈ, ਉਹ ਖਸਰਾ ਨੰਬਰਾਂ ਦੀ ਮਲਕੀਅਤ ਕਿਹਦੀ ਹੈ ਜੀ? ਇਹ ਕਹਿੰਦੇ ਮਾਲ ਵਿਭਾਗ ਤੋਂ ਰਿਪੋਰਟ ਮੰਗ ਰਹੇ। ਅੱਛਾ ਜੀ। ਇਵੇਂ ਜਿਵੇਂ ਕਹਿੰਦੇ ਜਿਹੜੇ ਹੈਗੇ ਛੋਟੇ ਖਣਿਜ
ਪਦਾਰਥਾਂ ਰੇਤਾ ਬਜਰੀ ਦੀ ਢੋਆ-ਢੁਆਈ ਕਰਨ ਨਾਲ ਵਾਤਾਵਰਨ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਜੀ ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਇਹ ਵੀ ਕਹਿੰਦੇ ਜੀ ਅਸੀਂ ਪਤਾ ਕਰਾਂਗੇ। ਪਤਾ ਕੋਈ ਕਰਨੇ, ਕਿਉਂਕਿ ਜੇ ਜ਼ਮੀਨ ਦੀ ਮਾਲਕੀ ਤਾਂ ਹਰੇਕ ਨੂੰ ਪਤਾ ਹੈ ਵੀ ਇਹਦਾ ਮਾਲਕ ਕੌਣ ਹੈ। ਅੱਜ ਕੱਲ੍ਹ ਤਾਂ ਕੋਈ ਬਾਹਲੇ ਵੱਡੇ ਫਾਰਮ ਵੀ ਹੈ ਨਹੀਂਗੇ, ਨਾਲ ਕਨਾਲਾਂ ਦਾ ਜ਼ਮੀਨ ਹੈ ਉਹਦਾ ਪਤਾ ਲੱਗ ਜਾਂਦਾ ਹੈ। ਕਹਿੰਦੇ ਹੁਣ ਇਹ ਸਾਰਾ ਕੁਝ ਬੈਂਸ ਸਾਹਿਬ ਕਹਿੰਦੇ ਜੀ ਅਸੀਂ ਨਾ ਸਖਤੀ ਜਾਰੀ ਰੱਖਾਂਗੇ, ਅਸੀਂ ਮਾਈਨਿੰਗ ਹੋਣ ਨਹੀਂ ਦੇਣੀ। ਤੇ ਪਰ 4000 ਵਾਲੇ ਰੇਤੇ ਦੀ ਟਰਾਲੀ ਦੀ 9000 ਦੀ ਕਰਤੀ। ਨਹੀਂ ਜੀ, ਉਹ 9 ਦੀ ਇਸ ਕਰਕੇ ਹੋ ਗਈ ਨਾ, ਉਹਨੂੰ ਕਹਿੰਦੇ ਆ ਰਿਸਕ ਫੈਕਟਰ। ਅੱਛਾ, ਵੀ ਹੁਣ ਬੰਦ ਕਰਤੀ, ਤੇ ਬੰਦ ਕਰਨ ਤੋਂ ਬਾਅਦ ਫਿਰ ਤੁਹਾਨੂੰ ਦੇਣਾ ਤਾਂ ਹੈ ਹੀ ਹੈ। ਇੱਕ ਤਾਂ ਡਿਮਾਂਡ ਵੱਧ ਹੈ, ਸਪਲਾਈ ਘੱਟ ਹੈ। ਆਮ ਤੌਰ ਤੇ ਆਪਾਂ ਜਾਣਦੇ ਹਾਂ ਕਿ ਜਦੋਂ ਕਮਾਈ ਵੱਧ ਕਰਨੀ ਹੁੰਦੀ ਹੈ ਉਦੋਂ ਫਿਰ ਇਹੋ ਜਿਹੀਆਂ ਜਿਹੜੀ ਹੈਗੀ ਸਪਲਾਈ ਘੱਟ ਕਰ ਦਿਓ, ਤੇ ਫਿਰ ਜਿਹਨੇ ਜਿਹੜਾ ਵਿਚਾਲੇ ਲਾਈ ਖੜਾ ਮਿਸਤਰੀ, ਉਹਨੂੰ ਤਾਂ ਸੀਮਿੰਟ ਚਾਹੀਦਾ, ਰੇਤਾ ਚਾਹੀਦਾ, ਉਹ ਤਾਂ ਲੈ ਕੇ ਆਊਗਾ। ਉਹਦਾ ਕਿਸੇ ਭਾਅ ਮਿਲਦਾ ਹੋਵੇ ਉਹ ਲੈ ਕੇ ਆਊ। ਇੱਕ ਤਾਂ ਉਹ ਬਣ ਗਈ ਗੱਲ। ਦੂਜੀ ਗੱਲ ਜੇ ਆਪਾਂ ਇਹਦੇ ਵਿੱਚ ਦੇਖੀਏ ਦਾਨੇਵਾਲ ਸਾਹਿਬ ਤੋਂ ਬੜੀ ਖਤਰਨਾਕ ਹੈ। ਕਹਿੰਦੇ ਜਿਹੜੇ ਇੱਥੇ ਕਰਸ਼ਰ ਹੈ ਨਾ, ਅੱਛਾ ਜੀ, ਇਹ ਕਰਸ਼ਰ ਆਮ ਲੋਕਾਂ ਦੇ ਨਹੀਂ, ਮਾੜੇ ਦੇ ਤਾਂ ਹੁੰਦੇ ਹੀ ਨਹੀਂ, ਆਮ ਦੇ ਤਾਂ ਹਾਂਜੀ ਨਹੀਂ ਉਹ ਵੀ ਨਹੀਂ, ਦੂਜੇ ਵੀ ਨਹੀਂ। ਕਈ ਵਾਰੀ ਤਕੜੇ ਵੀ ਹੁੰਦੇ ਆ, ਬੰਦਾ ਮਾਲੀ ਤੌਰ ਤੇ ਤਕੜਾ ਹੁੰਦਾ, ਪਰ ਕਾਨੂੰਨ ਦਾ ਡੰਡਾ ਚੱਲ ਜਾਂਦਾ ਜੀ। ਤੇ ਕਾਨੂੰਨ ਦਾ ਡੰਡਾ ਜੇ ਕਿਸੇ ਤੇ ਨਹੀਂ ਚੱਲਦਾ, ਉਹ ਵਰਦੀ ਵਾਲੇ ਤੇ ਨਹੀਂ ਚੱਲਦਾ। ਅੱਛਾ, ਕਹਿੰਦੇ ਕਈ ਕਰਸ਼ਰ ਜਿਹੜੇ ਹੋਏ ਉਹ ਵਰਦੀਧਾਰੀ ਉਹਨਾਂ ਦੇ ਮਾਲਕ ਹੈ। ਅੱਛਾ, ਪੁਲਿਸ ਅਫਸਰਾਂ ਨੇ ਲਾਏ ਹੋਏ ਹੈ। ਬੱਲੇ, ਮਤਲਬ ਤੁਸੀਂ ਵੇਖੋ ਵਗਦੀ ਗੰਗਾ 'ਚ ਹੱਥ ਧੋਣ ਵਾਲੀ ਗੱਲ, ਵੀ ਜਿਨ੍ਹਾਂ ਨੇ ਆਪਣਾ ਕੰਟਰੋਲ ਕਰਨਾ ਸੀ ਉਹਨਾਂ ਦੀ ਚੱਲੀ ਗੈਰ ਕਾਨੂੰਨੀ ਕੰਮ ਨੂੰ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਲੀਡਰ ਕਰੀ ਜਾਂਦੇ, ਜਦੋਂ ਵੱਡੇ ਬੰਦੇ ਕਰੀ ਜਾਂਦੇ ਆ, ਤੇ ਉਹ ਆਪਣੇ ਹਨੀ ਹੋਰਾਂ ਦੇ ਛਾਪਾ ਵੱਜਿਆ, ਉੱਥੋਂ ਜਿਹੜੇ ਕਾਗਜ਼ ਪੱਤਰ ਨਿਕਲੇ ਸੀ, ਉਹ ਕਹਿੰਦੇ ਜੀ ਇਹ ਤਾਂ ਬਦਲੀਆਂ ਵੀ ਹੋਈ ਜਾਂਦੀਆਂ। 10 ਕਰੋੜ ਰੁਪਇਆ ਮਿਲ ਗਿਆ, ਕਿੱਥੋਂ ਆ ਗਿਆ ਜੀ? ਇਹ ਸਾਰੇ ਦਾ ਸਾਰਾ ਕਹਿੰਦੇ ਉੱਥੋਂ ਆ ਗਿਆ। ਸੋ ਹੁਣ ਮਾਮਲਾ ਇਹ ਹੈ ਕਿ ਉੱਪਰੋਂ ਕਹਿੰਦੇ ਜੀ ਆ ਲੋ ਅਸੀਂ ਆ ਬੰਦ ਕਰਾਤਾ ਜੀ। ਇੱਕ ਇਹ ਵੀ ਕਿ ਉਹ ਗਰੰਟੀ ਜਿਹੜੀ ਦਿੱਤੀ ਸੀ, ਗਰੰਟੀ ਇਹ ਵੀ ਪੂਰੀ ਹੋ ਗਈ, ਪਰ ਅੰਦਰੋਂ ਸਾਰਾ ਕੁਝ ਚੱਲੀ ਜਾਂਦਾ। ਤੁਸੀਂ ਕਰੋਨਾ ਵਾਲੀ ਗੱਲ ਕੀਤੀ ਹੈ, ਕਰੋਨਾ ਤੋਂ ਬਗੈਰ ਵੀ ਜਦੋਂ ਆਪਣੇ ਧਾਰਮਿਕ ਦਿਨ ਆ ਜਾਂਦੇ ਹੈ, ਬਿਲਕੁਲ ਜਿਵੇਂ ਮਾਈ ਸਰਖਾਨੇ ਦਾ ਮੇਲਾ ਆ ਗਿਆ, ਜਾਂ ਆਪਣੇ ਜਿਹੜਾ ਹੈਗਾ ਵਿਸਾਖੀ ਦਾ ਦਿਨ ਆ ਗਿਆ, ਉਦੋਂ ਆਪਣੇ ਆਲੇ ਦੁਆਲੇ ਸ਼ਰਾਬ ਦੇ ਠੇਕੇ ਬੰਦ ਕਰਾ ਦਿੰਦੇ ਆ, ਪਰ ਚੱਲਦੇ ਦਾਰੂ ਚੱਲਦੀ, ਦਾਰੂ ਹਰੇਕ ਨੂੰ ਮਿਲਦੀ ਹੈ, ਖੁਸ਼ਬੂ ਤਾਂ ਹਰੇਕ ਨੂੰ ਮਿਲਦੀ ਹੈ। ਇਵੇਂ ਜਿਵੇਂ ਦਾਨੇਵਾਲ ਸਾਹਿਬ ਕਹਿੰਦੇ ਹੁਣ ਸਰਕਾਰ ਹੋ ਗਈ ਸਖਤ ਜੀ, ਤੇ ਭ੍ਰਿਸ਼ਟਾਚਾਰ ਖਤਮ ਹੋ ਗਿਆ ਜੀ। ਕਹਿੰਦੇ ਅੱਛਾ ਜੀ, ਉਹ ਜਾ ਕੇ ਗੁਜਰਾਤ 'ਚ ਵੀ ਕਹਿਤਾ ਸੀ ਕੇਜਰੀਵਾਲ ਸਾਹਿਬ ਨੇ, ਪਰ ਇੱਧਰ ਜਾ ਕੇ ਪਰੇ ਕੀ ਹੈ ਤੁਹਾਡੇ ਹਿਮਾਚਲ 'ਚ ਵੀ ਕਹਿਤਾ, ਪਰ ਉਹ ਕਹਿੰਦੇ ਵੀ ਉਹ ਤਾਂ ਕੰਮ ਤਾਂ ਉਵੇਂ ਚੱਲੀ ਜਾਂਦਾ। ਤੇ ਫਿਰ ਪੁੱਛਿਆ ਵੀ ਕੰਮ ਚੱਲਦਾ ਕਿਵੇਂ? ਕਹਿੰਦੇ ਜੀ ਥੋੜਾ ਜਿਹਾ ਮਹਿੰਗਾ ਹੋ ਗਿਆ ਕੰਮ। ਅੱਛਾ ਜੀ, ਕਹਿੰਦੇ ਕਾਰਨ ਕੀ ਹੈ? ਕਹਿੰਦੇ ਰਿਸਕ ਫੈਕਟਰ ਜੁੜ ਗਿਆ ਵਿੱਚ। ਅੱਛਾ ਜੀ, ਵੀ ਹੁਣ ਜੇ ਫੜੇ ਗਏ ਤਾਂ ਫਿਰ ਜ਼ਿਆਦਾ ਮਤਲਬ ਕੰਮ ਦੇਣਾ ਤਾਂ ਪਊਗਾ। ਹਾਂ, ਦੇਣਾ ਪਊ। ਰਿਸਕ ਫੈਕਟਰ ਹੈ, ਉਹਦੇ ਨਾਲ ਜਿਹੜਾ ਕੰਮ 5000 ਚ ਹੁੰਦਾ ਸੀ ਉਹ 10000 ਚ ਹੋ ਗਿਆ, ਡਬਲ ਹੋ ਗਿਆ ਕੰਮ। ਇਹ ਕਾਫੀ ਜਿਹੜਾ ਹੈਗਾ ਜੀ, ਹੁਣ ਕਹਿਣ ਨੂੰ ਤਾਂ ਕਹਿੰਦੇ ਵੀ ਬੜਾ ਕੁਝ ਬੰਦ ਕਰਵਾਤਾ, ਪਰ ਬੰਦ ਹੋਇਆ ਕੁਝ ਨਹੀਂ, ਚੱਲੀ ਜਾਂਦਾ ਕੰਮ। ਚਲੋ ਸਭ ਥੋੜਾ ਜਿਹਾ ਵਪਾਰਕ ਸੁਨੇਹਾ ਦੇ ਲਈਏ ਤੇ ਫਿਰ ਆਪਾਂ ਅਗਲੀ ਖਬਰ ਦੇ ਉੱਤੇ ਰੁਕ ਕਰਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਕੁਛ ਵਪਾਰਕ ਸੁਨੇਹੇ ਲੈ ਲਈਏ ਤੇ ਫਿਰ ਹਾਜ਼ਰ ਹੁੰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਇਸ ਵਕਤ ਜੁੜੇ ਹੋਏ ਨੇ। ਸੋ ਖਬਰਾਂ ਦਾ ਸਿਲਸਿਲਾ ਜਾਰੀ ਰਹੇ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ, ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਢਿੱਲੋਂ ਸਾਹਿਬ, ਫਿਰ ਅਗਲੀ ਕਰੀਏ ਖਬਰ, ਤੇ ਖੁਦਕੁਸ਼ੀ ਪੀੜਤ ਪਰਿਵਾਰ ਜਿਹੜੇ ਨੇ ਵਿਚਾਰੇ ਕਾਫੀ ਤੰਗ ਨੇ, ਉਹਨਾਂ ਬਾਰੇ ਵੀ ਕੁਝ। ਬਿਲਕੁਲ ਜੀ, ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ, ਤੁਹਾਨੂੰ ਪਤਾ ਵੀ ਬਹੁਤ ਵੱਡਾ ਸਥਾਨ ਇਹਨਾਂ ਨੇ ਹਾਸਲ ਕਰ ਲਿਆ ਸੀ ਜੀ, ਜਦੋਂ ਕਿਸਾਨ ਅੰਦੋਲਨ ਚੱਲਿਆ
ਕਿਉਂਕਿ ਕਿਸਾਨ ਅੰਦੋਲਨ ਨੂੰ ਸਿਖਰ ਤੱਕ ਲਿਜਾਣ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ। ਜੀ ਬਾਅਦ ਦੇ ਵਿੱਚ ਇਹ ਦੇਖਿਆ ਕਿ ਅੰਦੋਲਨ ਨੂੰ ਬਹੁਤ ਵੱਡਾ ਉਤਸ਼ਾਹ ਮਿਲਿਆ ਹੈ ਜੀ ਔਰ ਇਹਦੀ ਬਦੌਲਤ ਪੰਜਾਬ ਦੇ ਵਿੱਚ ਕਹਿੰਦੇ ਜੀ ਅਸੀਂ ਸਿਸਟਮ ਚੇਂਜ ਕਰਨਾ ਤੇ ਉਹਦੇ ਲਈ ਰਾਜ ਭਾਗ ਚਾਹੀਦਾ ਹੈ। ਅੱਛਾ ਜੀ। ਥੋੜ੍ਹਾ ਜਿਹਾ ਟਰੈਪ ਵੀ ਹੋ ਗਏ ਸੀ ਕੇਜਰੀਵਾਲ ਦੀ ਗੱਲਬਾਤ ਦੇ ਵਿੱਚ। ਉਹਨੇ ਜਦੋਂ ਕੇਜਰੀਵਾਲ ਨੇ, ਤੁਹਾਡੇ ਯਾਦ ਹੋਣਾ ਹੈ, ਕਮਰ ਵਿਜੇ ਪ੍ਰਤਾਪ ਸਿੰਘ ਨੂੰ ਜੁਆਇਨ ਕਰਵਾਇਆ ਜੀ ਉਹਦੇ ਨਾਲ ਐਲਾਨ ਕਰਤਾ ਸੀ ਕਿ ਤੁਹਾਨੂੰ ਅਸੀਂ ਇੱਕ ਗੁਰਸਿੱਖ ਸਿੱਖ ਦੇਵਾਂਗੇ, ਚਿਹਰਾ। ਚਿਹਰਾ ਪੰਜਾਬ ਦਾ ਚਿਹਰਾ ਹੋਊਗਾ। ਤੇ ਭਗਵੰਤ ਸਿੰਘ ਮਾਨ ਦੀ ਹਾਲਤ ਉਦੋਂ ਬਹੁਤ ਜਿਹੜੀ ਹੈਗੀ ਹੈ ਬੜੀ ਜੀ। ਕੀ ਤਰਸਯੋਗ ਜੀ ਬਣ ਗਈ ਸੀ। ਤੇ ਉਸ ਵੇਲੇ ਕਹਿੰਦੇ ਵੀ ਇਹਨਾਂ ਦੇ ਉੱਤੇ ਉਹਨਾਂ ਨੇ ਡੋਰੇ ਡਾਲੇ ਸੀ। ਬਾਅਦ ਦੇ ਵਿੱਚ ਚਲਦਿਆਂ ਗੱਲਬਾਤ ਚਲਾਉਂਦਿਆਂ ਤੇ ਕਰਦਿਆਂ ਕਰਾਉਂਗੇ ਇਹਨਾਂ ਨੂੰ ਲਾਤੀ ਠਿੱਬੀ ਤੇ ਇਹਨਾਂ ਨੇ ਇੱਕ ਆਪਦੀ ਪਾਰਟੀ ਬਣਾ ਲਈ ਸੀ ਕੁਝ ਜਥੇਬੰਦੀਆਂ ਨਾਲ ਮਿਲ ਕੇ ਜੀ, ਸੰਯੁਕਤ ਸਮਾਜ ਮੋਰਚਾ। ਅੱਛਾ ਜੀ। ਚੋਣਾਂ ਲੜ ਲਈਆਂ, ਲੇਕਿਨ ਚੋਣਾਂ ਹੁੰਦੀਆਂ, ਅੰਦੋਲਨ ਹੁੰਦੇ ਹੈ ਜੀ। ਅੰਦੋਲਨ ਕਿਉਂਕਿ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ ਲੋਕ ਅੰਦੋਲਨ 'ਚ ਜਾਂਦੇ ਹੈ ਤੇ ਬਾਅਦ ਦੇ ਵਿੱਚ ਉਹ ਆਪਣੀਆਂ ਪਾਰਟੀਆਂ ਵਾਲੇ ਪਾਸੇ ਵਾਪਸ ਮੁੜ ਜਾਂਦੇ ਹੈ ਜੀ। ਉਹ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਸਿਰੇ ਨਹੀਂ ਚੜੀ। ਜੀ ਉੱਥੇ ਹਾਰ ਗਏ, ਹਾਰੇ ਨਹੀਂ, ਬੁਰੀ ਤਰ੍ਹਾਂ ਹਾਰੇ। ਤੇ ਹੁਣ ਹਾਲਾਤ ਇਹ ਬਣ ਗਏ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਜੀ, ਉਹਨਾਂ ਨੇ ਇਹਨਾਂ ਨੂੰ ਲੈਣ ਤੋਂ ਇਨਕਾਰ ਕਰਤਾ। ਇਹ ਇਕੱਲੇ ਹੀ ਹੈ ਜੀ। ਇਹਦੇ ਬਾਵਜੂਦ ਇਹਨਾਂ ਨੇ ਇੱਕ ਨਵਾਂ ਮੁੱਦਾ ਉਠਾਇਆ ਤੇ ਮੁੱਦਾ ਬੜਾ ਉਹ ਅਹਿਮ ਹੈ ਜੀ। ਕਿਉਂਕਿ ਤੁਹਾਡੇ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਔਖੇ ਸੌਖੇ ਤੁਸੀਂ ਸਾਰ ਲਓ, ਤੁਸੀਂ ਖੁਦਕਸ਼ੀਆਂ ਨਾ ਕਰਿਓ। ਸਿਰਫ ਤੇ ਸਿਰਫ 2017 ਦੀ ਇਲੈਕਸ਼ਨ ਤੋਂ ਬਾਅਦ ਸਾਡੀ ਸਰਕਾਰ ਬਣ ਜਾਣੀ ਹੈ ਤੇ ਤੁਹਾਡੇ ਸਾਰੇ ਪਾਰ ਨਤਾਰੇ ਕਰ ਦਿਆਂਗੇ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਆਪਾਂ ਇਹਨਾਂ ਦਾ ਕਰਜ਼ਾ ਮਾਫ ਕਰੀਏ, ਲੇਕਿਨ ਕਰਜ਼ਾ ਮਾਫ ਕਰਨ ਵਾਸਤੇ ਪੈਸੇ ਹੀ ਨਹੀਂ ਸੀ। ਇਧਰੋਂ ਉਧਰੋਂ ਜੁਗਾੜ ਜਾ ਕਰਕੇ 5,000 ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ। ਸ਼ੁਰੂਆਤ ਦੇ ਵਿੱਚ ਕਿਹਾ ਕਿ ਜੀ ਸਿਰਫ 2 ਲੱਖ ਰੁਪਇਆ ਮਾਫ ਹੋਊਗਾ, ਉਹ ਵੀ ਜਿਹੜੇ 2.5 ਏਕੜ ਤੱਕ ਦੇ ਹੈ। ਉਦੋਂ ਬਾਅਦ ਜਿਹੜੇ 2.5 ਏਕੜ ਦੇ ਮਾਲਕ ਹੈਗੇ ਉਹ ਤੋਂ ਬਾਅਦ ਫਿਰ 5 ਏਕੜ ਦੇ ਮਾਲਕ ਹੈ ਜਿਹੜੇ ਉਹਨਾਂ ਦਾ ਹੋਊਗਾ ਤੇ 2 ਲੱਖ ਰੁਪਏ ਉਹਨਾਂ ਦਾ ਹੋਊ। ਉਹਨਾਂ ਨੇ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਸਰਕਾਰਾਂ ਹੁੰਦੀਆਂ ਕਿ ਇਲੈਕਸ਼ਨ ਦੇ ਐਨ ਮੌਕੇ 'ਤੇ ਆ ਕੇ ਆਪਾਂ ਇਹ ਗੱਲ ਕਰਾਂਗੇ ਤੇ ਇਲੈਕਸ਼ਨ ਦਾ ਮੌਕਾ ਵੀ ਆ ਗਿਆ। ਇਲੈਕਸ਼ਨ ਦੇ ਮੌਕੇ ਦੇ ਉੱਤੇ ਆ ਕੇ ਉਦੋਂ ਤੱਕ ਪਾਣਾ ਵਰਤ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਤਾ ਤੇ ਬਾਅਦ ਦੇ ਵਿੱਚ ਫਿਰ ਤੁਹਾਡੇ ਯਾਦ ਹੋਣਾ ਜਦੋਂ ਖਜ਼ਾਨੇ ਦੇ ਗੇਟ ਖੋਲ੍ਹਤੇ ਮਨਪ੍ਰੀਤ ਸਿੰਘ ਬਾਦਲ ਨੇ ਤੇ ਵੱਡੇ ਮਤਲਬ ਜਿਹੜੀਆਂ ਗਰੰਟਾਂ ਦੇ ਗੱਫੇ ਦੇਣੇ ਸ਼ੁਰੂ ਕਰ ਦਿੱਤੇ MLAs ਨੂੰ ਚੰਨੀ ਸਾਹਿਬ ਨੇ। ਤੇ ਉਦੋਂ ਅਮਰਿੰਦਰ ਸਿੰਘ ਹੋਣਾ ਨੇ ਆਪਣਾ ਕੈਪਟਨ ਸਾਹਿਬ ਨੇ ਦਰਦ ਰੋਇਆ ਸੀ ਕਿ ਸਭ ਤੋਂ ਵੱਡਾ ਧੋਖਾ ਮੇਰੇ ਨਾਲ ਇਸ ਬੰਦੇ ਨੇ ਕੀਤਾ ਹੈ। ਜਦੋਂ ਮੈਂ ਮੰਗਦਾ ਸੀ ਉਦੋਂ ਕਹਿੰਦਾ ਸੀ ਜੀ ਹੈ ਹੀ ਕੱਖ ਨਹੀਂ, ਤੇ ਹੁਣ ਚੱਕ ਕੇ ਸਾਰਾ ਕੁਛ ਇਹਨੇ ਚੰਨੀ ਦੇ ਹਵਾਲੇ ਕਰ ਦਿੱਤਾ ਹੈ। ਚਲੋ ਉਹ ਗੱਲ ਰਹਿ ਗਈ। ਇੱਦਾਂ ਹੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਜੀ, ਕੇਜਰੀਵਾਲ ਸਾਹਿਬ ਮਾਨ ਸਾਹਿਬ ਬੋਲ ਰਹੇ ਸੀ ਵੀ ਸਾਡੀ ਸਰਕਾਰ ਵਾਲੇ ਨੂੰ 1 ਅਪ੍ਰੈਲ ਤੋਂ ਬਾਅਦ ਪੰਜਾਬ ਦੇ ਵਿੱਚ ਖੁਦਕਸ਼ੀ ਨਹੀਂ ਹੋਊਗੀ ਜੀ, ਕਿਉਂਕਿ ਅਸੀਂ ਸਾਰਾ ਜਿਹੜਾ ਹੈਗਾ ਮਸਲਾ ਹੀ ਹੱਲ ਕਰ ਦਾਂਗੇ। ਜਾਂ ਚੰਨੀ ਮਸਲੇ ਹੱਲ ਕਰਦਾ ਸੀ ਜਾਂ ਕੇਜਰੀਵਾਲ ਕਰਦਾ ਸੀ। ਹੁਣ ਜਿਹੜੇ ਹੈਗੇ ਆ ਰਾਜੇਵਾਲ ਸਾਹਿਬ ਕਹਿੰਦੇ ਜੀ 1 ਮਹੀਨੇ ਦੇ ਵਿੱਚ, ਅੱਛਾ ਜੀ, ਜਿਹੜਾ 4 ਹਫ਼ਤਿਆਂ ਦਾ ਟਾਈਮ ਹੈ, ਕਹਿੰਦੇ ਜੀ ਦਰਜਨ ਤੋਂ ਵੱਧ ਕਿਸਾਨ ਹੈ ਜਿਹੜੇ ਉਹਨਾਂ ਨੇ ਆਤਮ ਹੱਤਿਆਵਾਂ ਕਰ ਲਈਆਂ। ਅੱਛਾ ਜੀ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਪੈ ਗਏ ਲੀਲੀ ਕਰਕੇ। ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਕੇਜਰੀਵਾਲ ਉਦੋਂ ਤਾਂ ਇਹ ਕਹਿੰਦੇ ਸੀ ਕਿ ਤੁਸੀਂ ਕੇਜਰੀਵਾਲ ਸਾਹਿਬ ਕਿ ਜੀ ਸਾਡੇ ਰਾਜ ਭਾਗ ਦੇ ਆਉਣ ਤੋਂ ਬਾਅਦ ਖੁਦਕਸ਼ੀਆਂ ਬੰਦ ਹੋ ਜਾਣਗੀਆਂ, ਤੇ ਪਰ ਖੁਦਕਸ਼ੀਆਂ ਤਾਂ ਹੋਈ ਜਾਂਦੀਆਂ। ਹੁਣ ਤੁਸੀਂ ਇੱਧਰ ਕਿਉਂ ਨਹੀਂ ਬੋਲਦੇ, ਚੁੱਪ ਕਿਉਂ, ਤੁਸੀਂ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ? ਉਹਨਾਂ ਨੇ ਕਹਿਤਾ। ਪਰ ਇਹਦੇ ਵਿੱਚ ਇੱਕ ਹੋਰ ਗੱਲ ਕਰਤੀ ਸੀ ਜੀ, ਉਹ ਕਰਤੀ ਸੀ ਸਰਦਾਰ ਭਗਵੰਤ ਸਿੰਘ ਹੋਰਾਂ ਨੇ ਵੀ ਪੁਲਿਸ ਵਾਲਿਆਂ ਨੂੰ ਵੀ ਯਾਰ ਅਸੀਂ ਕੁਛ ਨਾ ਕੁਛ ਦੇਣਾ। ਅੱਛਾ ਜੀ। ਉਹਨਾਂ ਦੇ ਵੈਲਫੇਅਰ ਫੰਡ ਦੇ ਵਿੱਚ ਵੀ ਵਾਅਦਾ ਕਰਤਾ ਸੀ। ਉਹ 10 ਕਰੋੜ ਤੋਂ ਵਧਾ ਕੇ ਸ਼ਾਇਦ 15 ਕਰੋੜ ਕਰਤਾ ਸੀ। ਆਹ ਲਓ ਜੀ, ਕਹਿੰਦੇ ਸੀ ਇਹ ਵੀ ਦੇਤਾ ਜੀ। ਸਿੱਧੀ ਉਹਨਾਂ ਨਾਲ ਡਿਜੀਟਲ ਮੀਡੀਆ ਦੇ ਉੱਤੇ ਗੱਲ ਵੀ ਕੀਤੀ ਸਾਰੇ ਪੁਲਿਸ ਵਾਲਿਆਂ ਦੇ ਨਾਲ। ਤੇ ਫਿਰ ਇੱਕ ਐਲਾਨ ਕਰਤਾ, ਫਿਰ ਉਹਨਾਂ ਨੇ ਇੱਕ ਐਲਾਨ ਕਰਤਾ ਕਿ ਡਿਊਟੀ ਦੇ ਦੌਰਾਨ ਜੀ ਅਗਰ ਕਿਸੇ ਪੁਲਿਸ ਵਾਲੇ ਦੀ ਮੌਤ ਹੁੰਦੀ ਹੈ ਤਾਂ ਉਹਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ। ਇਹ ਕੰਮ ਦਿੱਲੀ 'ਚ ਪਹਿਲਾਂ ਹੈਗਾ ਸੀ ਜੀ। ਅੱਛਾ ਜੀ। ਦਿੱਲੀ ਦੀ ਤਰਜ਼ ਦੇ ਉੱਤੇ ਅਸੀਂ ਇਹ ਦੇ ਰਹੇ ਹਾਂ। ਹੁਣ ਇੱਥੇ ਆ ਕੇ ਰਾਜੇਵਾਲ ਸਾਹਿਬ ਨੇ ਕਹਿਤਾ ਵੀ ਮਾਨ ਸਾਹਿਬ ਬਿਲਕੁਲ ਦਿਓ ਜੀ, ਇਤਰਾਜ਼ ਕੋਈ ਨਹੀਂ। ਉਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਉੱਥੇ। ਉਹ ਕਹਿੰਦੇ ਵੀ ਜਿਹੜਾ ਕਿਸਾਨ ਹੈ, ਕਿਸਾਨ ਵੀ ਤਾਂ ਫਰੰਟ ਤੇ ਲੜਦਾ ਹੈ, ਖੇਤ ਦੀ ਲੜਾਈ ਲੜਦਾ, ਉਹ ਖੇਤਾਂ ਦੇ ਵਿੱਚ ਫਿਰਦਾ, ਆਪਣੇ ਬੱਚੇ ਪਾਲਦਾ, ਦੇਸ਼ ਵਾਸਤੇ ਅਨਾਜ ਪੈਦਾ ਕਰਦਾ। ਉਹ ਕਰਜ਼ੇ ਦੇ ਦਬਾਅ ਥੱਲੇ ਇੰਨਾ ਦੱਬਿਆ ਹੋਇਆ ਹੈ ਕਿ ਉਹਨੂੰ ਕੋਈ ਰਾਹ ਨਹੀਂ ਦਿਖਦਾ। ਉਹ ਤੋਂ ਅੱਗੇ ਵੀ ਗੱਲ ਜਿਹੜੀ ਉਹਨੇ ਕੀ ਹੈ, ਉਹਨੇ ਅਗਲੀ ਗੱਲ ਕਹੀ ਹੈ, ਕਹਿੰਦਾ ਜੀ ਇਹ ਤੋਂ ਵੀ ਅੱਗੇ ਗੱਲ ਇੱਕ ਹੋਰ ਹੈ। ਉਹ ਇਹ ਹੈ ਕਿ ਜਦੋਂ ਹੁਣ ਐਤਕੀ ਤੁਸੀਂ ਦੇਖੋ ਕਣਕ ਦੇ ਦਾਣੇ ਪਿਚਕ ਗਏ, 4-4 5-5 ਕੁਇੰਟਲ ਕਿੱਲੇ ਦੇ ਮਗਰ ਝਾੜ ਘਟ ਗਿਆ ਜੀ, ਤੇ 4-5 ਕੁਇੰਟਲ ਦਾ
ਘਟਣ ਦਾ ਤੁਸੀਂ ਲਾ ਲਓ ਅੰਦਾਜ਼ਾ ਕਿੰਨੇ ਕੀ ਪਰ ਉਹ ਰੇਟ ਕਿੰਨਾ ਨੁਕਸਾਨ ਹੁੰਦਾ ਹੈ। ਬਿਲਕੁਲ ਬਿਲਕੁਲ। ਇੱਕ ਤਾਂ ਇਮੀਡੀਏਟ ਨੁਕਸਾਨ ਇਹ ਹੋ ਗਿਆ ਤੇ ਜਿਹੜਾ ਖਰਚਾ ਹੋ ਗਿਆ ਵੱਖਰਾ ਹੋ ਗਿਆ। ਉਹ ਬਹੁਤ ਸਾਰੇ ਜਿਹੜੇ ਲੋਕਾਂ ਨੇ ਹੁਣ ਆਤਮ ਹੱਤਿਆਵਾਂ ਕੀਤੀਆਂ, ਇਹਦੇ ਵਿੱਚੋਂ ਕਈ ਕਿਸਾਨ ਉਹ ਹੈ ਜਿਹੜੇ ਕਣਕ ਦੇ ਝਾੜ ਤੋਂ ਘਟੇ ਹੋਏ ਝਾੜ ਤੋਂ ਦੁਖੀ ਹੋ ਕੇ ਮਤਲਬ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ, ਕਿਉਂਕਿ ਬੰਦੇ ਨੇ ਕੋਈ ਆਸਾਂ ਉਮੀਦਾਂ ਹੋਰ ਲਾਈਆਂ ਹੁੰਦੀਆਂ, ਉਹ ਪੂਰੀਆਂ ਨਹੀਂ ਹੁੰਦੀਆਂ। ਇੱਕ ਤਾਂ ਨੇੜੇ ਸਭ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਕਿ ਐਤਕੀ ਠੇਕਿਆਂ ਦਾ ਰੇਟ ਵੀ ਘਟਿਆ ਨਹੀਂ, ਵਧੇ ਹੀ ਹੈ ਜੀ ਕਈ ਤੇ ਲੋਕ ਮਤਲਬ ਜਦੋਂ ਬੰਦਾ ਫਸਿਆ ਹੁੰਦਾ ਨਾ ਉਦੋਂ ਯਾਰ ਵੀ ਚੱਲ 4 ਮਣ ਦਾਣੇ ਐਤਕੀ ਮਿਹਨਤ ਵੱਧ ਕਰ ਰਹਾ, ਉਹ ਬੰਦਾ ਮਹਿੰਗੇ ਪਾਸੇ ਠੇਕੇ ਦੇ ਉੱਤੇ ਜ਼ਮੀਨ ਚੱਕ ਲੈਂਦਾ ਜੀ ਜੀ। ਤੇ ਜੇ ਮਹਿੰਗੇ ਠੇਕੇ ਦੇ ਉੱਤੇ ਜ਼ਮੀਨ ਚੁੱਕਦਾ ਤੇ ਫਿਰ ਰਫੜ ਫੇਰ ਪੈ ਜਾਂਦਾ। ਬਿਲਕੁਲ। ਸੋ ਇਹਦੇ ਨਾਲ ਜਿਹੜੀ ਹੁਣੇ ਉਹਨਾਂ ਨੇ ਗੱਲ ਤਾਂ ਕਰਤੀ, ਇਹਦਾ ਅਜੇ ਤੱਕ ਜਵਾਬ ਨਹੀਂ ਆਇਆ। ਜਵਾਬ ਆਉਂਦਾ ਕਿ ਨਹੀਂ ਆਉਂਦਾ, ਮੇਰਾ ਖਿਆਲ ਹੈ ਇੱਕ ਮੁੱਦਾ ਬਣਨਾ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਜੀ, ਕਿਉਂਕਿ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਸੀ, ਅਮਰਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਸੀ ਕਿ ਸਾਡੇ ਰਾਜ ਭਾਗ ਦੇ ਵਿੱਚ ਨਹੀਂ, ਉਹਨਾਂ ਦਾ ਰਾਜ ਭਾਗ ਤਾਂ ਗਿਆ, ਹੁਣ ਤਾਂ ਅਗਲਿਆਂ ਦਾ, ਹੁਣ ਅਗਲਿਆਂ ਦਾ। ਇਹਨਾਂ ਵਾਸਤੇ ਇੱਕ ਬਹੁਤ ਵੱਡਾ ਇਮਤਿਹਾਨ ਹੈ ਇਹ ਮਾਮਲਾ ਉਠਾਇਆ ਤੇ ਤੁਹਾਡੇ ਇਹਨੇ ਵੀ ਹੈ, ਨਵਜੋਤ ਸਿੰਘ ਸਿੱਧੂ ਨੇ ਵੀ ਉਠਾਇਆ, ਪਰ ਜਿੱਡੀ ਸ਼ਿੱਦਤ ਦੇ ਨਾਲ ਰਾਜੇਵਾਲ ਸਾਹਿਬ ਨੇ ਉਠਾਇਆ, ਇਹ ਧਿਆਨ ਮੰਗਦਾ ਹੈ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।